ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸ਼ਵ ਭਰ ਦੀਆਂ ਸੰਗਤਾਂ ਦਾ ਸਵਾਗਤ ਹੈ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਵਿੱਚ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਦੇ ਉੱਤੇ, ਕਿਉਂਕਿ ਉਹਨਾਂ ਦੀ ਬਰਸੀ ਜਿਹੜੀ ਆ ਉਹ ਮਨਾਈ ਜਾ ਰਹੀ ਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਪਿਛਲੇ ਦਿਨੀ ਜਥਾ ਪਾਕਿਸਤਾਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਵਾਸਤੇ ਰਵਾਨਾ ਹੋਇਆ ਅਤੇ ਪਾਕਿਸਤਾਨ ਦੇ ਵਿੱਚ ਵੀ ਬਰਸੀ ਸਮਾਗਮ ਜਿਹੜੇ ਆ ਉਹ ਵੱਡੇ ਪੱਧਰ ਦੇ ਉੱਤੇ ਮਨਾਏ ਜਾ ਰਹੇ ਆ ਅਤੇ ਹੋਰ ਵੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦੇ ਜੀਵਨ ਦੇ ਉੱਤੇ ਗੱਲਬਾਤ ਕਰਾਂਗੇ, ਉਹਨਾਂ ਦਾ ਰਾਜ ਪ੍ਰਬੰਧ ਕਿਵੇਂ ਦਾ ਸੀਗਾ ਉਸ ਦੇ ਉੱਤੇ ਗੱਲਬਾਤ ਕਰਾਂਗੇ ਅਤੇ ਸਾਡੇ ਨਾਲ ਅੱਜ ਗੈਸਟ ਮੌਜੂਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਸਾਹਿਬ ਭਾਈ ਬਲਕਾਰ ਸਿੰਘ ਜੀ ਅਜਨਾਲਾ। ਸੋ ਆਓ ਉਹਨਾਂ ਨਾਲ ਫਤਿਹ ਦੀ ਸਾਂਝ ਪਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਧੰਨਵਾਦ ਜੀ। ਅਤੇ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਅਤੇ ਉਹ ਕਿਸ ਮਿਸਲ ਦੇ ਨਾਲ ਸੰਬੰਧ ਰੱਖਦੇ ਸਨ, ਉਹ ਜ਼ਰੂਰ ਸੰਗਤਾਂ ਨੂੰ ਸਭ ਤੋਂ ਪਹਿਲਾਂ ਜਾਣਕਾਰੀ ਜਿਹੜੀ ਹੈ ਸਾਂਝੀ ਕਰੋ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਮੁਗਲਾਂ ਤੋਂ ਬਾਅਦ ਪਹਿਲੀ ਵਾਰ ਪੰਜਾਬੀਆਂ ਦਾ ਆਪਣਾ ਰਾਜ ਜਿਹੜਾ ਉਹ ਸਥਾਪਿਤ ਕੀਤਾ ਜੀ। ਉਹਨਾਂ ਦਾ ਪਰਿਵਾਰਕ ਜਿਹੜਾ ਪਿਛੋਕੜ ਹੈ ਜੀ, ਉਹ ਸਾਰਾ ਹੀ ਪਿਛੋਕੜ ਜਿਹੜਾ ਹੈ ਉਹ ਸਿੱਖਾਂ ਦੇ ਵਿੱਚ ਜੰਗਾਂ ਯੁੱਧਾਂ ਦੇ ਵਿੱਚ ਵੱਧ ਚੜ੍ਹ ਕੇ ਉਹਨਾਂ ਨੇ ਹਿੱਸਾ ਲਿਆ ਜੀ। ਸ਼ੁਕਰ ਚੱਕੀਆ ਮਿਸਲ ਦੇ ਨਾਲ ਸੰਬੰਧਿਤ ਸੀ ਮਹਾਰਾਜਾ ਰਣਜੀਤ ਸਿੰਘ ਜੀ। ਹਾਂਜੀ। ਸ਼ੁਕਰ ਚੱਕੀਆ ਮਿਸਲ ਜਿਹੜੀ ਹੈ ਉਹਨਾਂ ਦੇ ਪਰਿਵਾਰ ਵੱਲੋਂ ਹੀ ਸਥਾਪਿਤ ਕੀਤੀ ਗਈ ਸੀ ਜੀ। ਸ਼ੁਕਰ ਚੱਕੀਆ ਮਿਸਲ ਦੇ ਜਿਹੜੇ ਮੋਢੀ ਸਨ ਉਹ ਸਰਦਾਰ ਬੁੱਢਾ ਸਿੰਘ, ਉਹਨਾਂ ਦੇ ਪੁੱਤਰ ਸਰਦਾਰ ਨੋਧ ਸਿੰਘ, ਉਹਨਾਂ ਦੇ ਪੁੱਤਰ ਸਰਦਾਰ ਚੜ੍ਹਤ ਸਿੰਘ, ਉਹਨਾਂ ਦੇ ਪੁੱਤਰ ਸਰਦਾਰ ਮਹਾਂ ਸਿੰਘ ਤੇ ਮਹਾਂ ਸਿੰਘ ਦੇ ਪੁੱਤਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ। ਜਦੋਂ ਵੀ ਤਵਾਰੀਖ ਨੂੰ ਪੜ੍ਹਾਂਗੇ ਉਹਦੇ ਵਿੱਚ ਖਾਸ ਕਰਕੇ ਜ਼ਿਕਰ ਆਏਗਾ, ਉਹ ਜ਼ਿਕਰ ਆਏਗਾ ਸਰਦਾਰ ਚੜ੍ਹਤ ਸਿੰਘ ਦਾ ਜੀ। ਅਹਿਮਦ ਸ਼ਾਹ ਅਬਦਾਲੀ ਬਾਰ-ਬਾਰ ਜਦੋਂ ਹਮਲੇ ਕਰਦਾ ਹੈ ਜੀ, ਜੇ ਬਹੁਤ ਵਾਰ ਅਹਿਮਦ ਸ਼ਾਹ ਅਬਦਾਲੀ ਦਾ ਕਿਸੇ ਨੇ ਰਸਤਾ ਰੋਕਿਆ ਤੇ ਉਹ ਸਰਦਾਰ ਚੜ੍ਹਤ ਸਿੰਘ ਨੇ ਰੋਕਿਆ ਜੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ ਤੇ ਉਹਨਾਂ ਦੇ ਉੱਪਰ ਸਭ ਤੋਂ ਵੱਧ ਪ੍ਰਭਾਵ ਜਿਹੜਾ ਉਹ ਪ੍ਰਭਾਵ ਵੀ ਜਿਹੜਾ ਸੀ ਉਹ ਸਰਦਾਰ ਚੜ੍ਹਤ ਸਿੰਘ ਦਾ ਸੀ ਜੀ। ਸਰਦਾਰ ਚੜ੍ਹਤ ਸਿੰਘ ਹੁਣਾਂ ਨੇ ਛੋਟੇ ਤੇ ਵੱਡੇ ਘੱਲੂਘਾਰੇ ਦੇ ਵਿੱਚ ਵੀ ਖਾਸ ਕਰਕੇ ਹਿੱਸਾ ਲਿਆ ਜੀ। ਔਰ ਇਤਿਹਾਸ ਕਹਿੰਦਾ ਹੈ ਕਿ ਜਦੋਂ ਵੱਡਾ ਘੱਲੂਘਾਰਾ ਹੋਇਆ ਜੀ ਤੇ ਉਸ ਸਮੇਂ ਦੌਰਾਨ ਸਰਦਾਰ ਚੜ੍ਹਤ ਸਿੰਘ ਦੇ ਸਰੀਰ ਦੇ ਉੱਪਰ 19 ਫੱਟ ਲੱਗੇ ਸੀ ਜੀ। ਔਰ 19 ਫੱਟ ਖਾਣ ਵਾਲਾ ਜਿਹੜਾ ਜਰਨੈਲ ਸੀ ਉਹਨੇ ਹਰ ਸਿੱਖ ਜੰਗ ਦੇ ਵਿੱਚ ਜਿਹੜਾ ਅਹਿਮ ਯੋਗਦਾਨ ਪਾਇਆ ਜੀ। ਅਬਦਾਲੀ ਵਰਗਿਆਂ ਨੂੰ ਭਜਾਇਆ ਜੀ। ਇੱਕ ਜੰਗ ਦੇ ਵਿੱਚ ਜਦੋਂ ਕਸ਼ਮੀਰ ਦੇ ਵਿੱਚ ਹੋ ਰਹੀ ਸੀ ਤੇ ਬੰਦੂਕ ਦੀ ਨਾਲੀ ਫਟਣ ਕਰਕੇ ਸਰਦਾਰ ਚੜ੍ਹਤ ਸਿੰਘ ਜਿਹੜੇ ਉਹ ਚਲਾਣਾ ਕਰ ਜਾਂਦੇ ਆ ਜੀ। ਉਹਨਾਂ ਦੇ ਪੁੱਤਰ ਸਰਦਾਰ ਮਹਾਂ ਸਿੰਘ ਅਜੇ ਉਹਨਾਂ ਦੀ ਉਮਰ 14 ਕੁ ਵਰ੍ਹਿਆਂ ਦੀ ਸੀ। ਜੀ। ਫਿਰ ਉਹ ਮਿਸਲ ਦਾ ਰਾਜ ਭਾਗ ਸਾਂਭਦੇ ਆ। ਉਹਨਾਂ ਤੋਂ ਬਾਅਦ ਜਿਹੜਾ ਫਿਰ ਉਹਨਾਂ ਦੇ ਘਰ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਉਹ ਜਨਮ ਹੁੰਦਾ ਹੈ। ਜੀ ਜੀ ਜੀ। ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦੀ ਗੱਲ ਕਰੀਏ ਤੇ ਉਹਨਾਂ ਦੇ ਬਚਪਨ ਦੀ ਗੱਲ ਕਰੀਏ ਤਾਂ ਕਦੋਂ ਉਹਨਾਂ ਦਾ ਜਨਮ ਜਿਹੜਾ ਆ ਉਹ ਹੁੰਦਾ ਤੇ ਬਚਪਨ ਕਿਵੇਂ ਬੀਤਦਾ ਹੈ ਉਹਨਾਂ ਦਾ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਈਸਵੀ ਨੂੰ ਹੁੰਦਾ ਹੈ ਜੀ। ਸਤਿਕਾਰਯੋਗ ਪਿਤਾ ਸਰਦਾਰ ਮਹਾਂ ਸਿੰਘ ਸੀ, ਮਾਤਾ ਰਾਜ ਕੌਰ ਸੀ ਜੀ। ਤਵਾਰੀਖ ਕਹਿੰਦੀ ਹੈ ਕਿ ਉਹਨਾਂ ਨੇ ਆਪਣੇ ਪੁੱਤਰ ਦਾ ਨਾਮ ਰੱਖਤਾ ਬੁੱਧ ਸਿੰਘ ਜੀ। ਪਰ ਸਰਦਾਰ ਮਹਾਂ ਸਿੰਘ ਉਦੋਂ ਜੰਗ ਜਿੱਤ ਕੇ ਵਾਪਸ ਆਏ ਸੀ। ਜੀ। ਜੰਗ ਦੇ ਜਿੱਤ ਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਉਹਦਾ ਨਾਮ ਰੱਖਿਆ ਰਣਜੀਤ ਸਿੰਘ ਜੀ। ਰਣਜੀਤ ਸਿੰਘ ਦੇ ਵਾਸਤੇ ਫਿਰ ਖਾਸ ਵਿਦਿਆ ਦਾ ਪ੍ਰਬੰਧ ਜਿਹੜਾ ਸਰਦਾਰ ਮਹਾਂ ਸਿੰਘ ਨੇ ਕੀਤਾ, ਗੁਰਦੁਆਰਾ ਸਾਹਿਬ ਦਾ ਗ੍ਰੰਥੀ ਨਿਯਤ ਕੀਤਾ ਗਿਆ ਜੋ ਉਹਨਾਂ ਨੂੰ ਵਿਦਿਆ ਜਿਹੜੀ ਉਹ ਮੁਹੱਈਆ ਕਰਵਾਵੇ ਜੀ। ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਸਰੀਰ ਤੇ ਚੇਚਕ ਨਿਕਲ ਆਈ ਜੀ, ਜਿਹਦੇ ਤੋਂ ਬਾਅਦ ਉਹਨਾਂ ਦੀ ਇੱਕ ਅੱਖ ਜਿਹੜੀ ਸੀ ਉਹ ਜਾਂਦੀ ਰਹੀ ਹੈ। ਇੱਕੋ ਅੱਖ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀ। ਔਰ ਉਹਨਾਂ ਨੇ ਬਚਪਨ ਦੇ ਵਿੱਚ ਹੀ ਜਿਹੜੇ ਵੱਡੇ ਕਾਰਨਾਮੇ ਕਰਕੇ ਵਿਖਾਏ ਹੈ ਔਰ ਵੱਡੇ ਹੋ ਕੇ ਸੱਚਮੁੱਚ ਉਹਨਾਂ ਨੇ ਪੰਜਾਬ ਨੂੰ ਇੱਕ ਕਰਕੇ ਰਾਜ ਭਾਗ ਸਾਂਭਿਆ। ਕਾਰਨਾਮਿਆਂ ਦਾ ਤੁਸੀਂ ਜ਼ਿਕਰ ਕੀਤਾ, ਕਿਹੜੇ ਕਾਰਨਾਮੇ ਜਿਹੜੇ ਬਚਪਨ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਨੇ ਕਰਕੇ ਵਿਖਾਏ ਅਤੇ ਗੁਣ ਵੀ ਝਲਕਦਾ ਸੀਗਾ ਕਿ ਅੱਗੇ ਚੱਲ ਕੇ ਉਹ ਕਿਸੇ ਰਾਜ ਦੀ ਸਥਾਪਨਾ ਕਰਨਗੇ ਜਾਂ ਇੱਕ ਵੱਡੇ ਯੋਧੇ ਦੇ ਰੂਪ ਦੇ ਵਿੱਚ ਅੱਗੇ ਜਾ ਕੇ ਜਿਹੜਾ ਹੈ ਉਹ ਪਹੁੰਚਣਗੇ?
ਸ਼ੇਰੇ ਪੰਜਾਬ ਦੀ ਉਮਰ ਅਜੇ ਛੋਟੀ ਸੀ, ਤਕਰੀਬਨ ਕੋਈ 12 ਕੁ ਸਾਲ ਦੀ ਸੀ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਮਾਨ ਸਿੰਘ ਚੜ੍ਹਾਈ ਕਰ ਜਾਂਦੇ ਜੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਫਿਰ ਜਿਹੜੇ ਹੈ ਉਹ ਬੜੇ ਬਹਾਦਰ ਦੇ ਵਜੋਂ ਉੱਭਰਦੇ ਹੈ। ਕਿਹਾ ਜਾਂਦਾ ਹੈ ਕਿ ਉਹਨਾਂ ਦੇ ਪਿਤਾ ਦਾ ਕੋਈ ਦੁਸ਼ਮਣ ਪਠਾਨ ਜਿਹੜਾ ਸੀ, ਜਦੋਂ ਛੋਟੀ ਉਮਰ ਵਿੱਚ ਹੀ ਰਣਜੀਤ ਸਿੰਘ ਸ਼ਿਕਾਰ ਖੇਡਣ ਵਾਸਤੇ ਗਿਆ ਤਾਂ ਉਹਨੇ ਅਚਾਨਕ ਹਮਲਾ ਕਰਤਾ ਜੀ। ਔਰ ਇੱਕ ਪਾਸੇ ਇੱਕ ਵੱਡਾ ਪਠਾਨ ਹਮਲਾ ਕਰਨ ਆਇਆ ਹੋਵੇ ਤੇ ਉਮਰ ਰਣਜੀਤ ਸਿੰਘ ਦੀ ਛੋਟੀ ਹੈ, ਕੋਈ 11-12 ਸਾਲ ਦੀ ਜੀ। ਇੰਨੀ ਬਹਾਦਰੀ ਨਾਲ ਪਠਾਨ ਦੇ ਉੱਪਰ ਵਾਰ ਕੀਤਾ ਕਿ ਇੱਕੋ ਹੀ ਹੱਥ ਦੇ ਨਾਲ ਉਹਦਾ ਸਿਰ ਵੱਢ ਕੇ ਰੱਖਤਾ। ਅੱਛਾ ਜੀ। ਔਰ ਬੜੀ ਪ੍ਰਸਿੱਧੀ ਫੈਲੀ ਰਣਜੀਤ ਸਿੰਘ ਦੀ ਕਿ ਇੰਨੀ ਛੋਟੀ ਉਮਰ ਦੇ ਵਿੱਚ ਇੱਕ ਪਠਾਨ ਦਾ ਮੁਕਾਬਲਾ ਕੀਤਾ। ਦੂਜੀ ਤਵਾਰੀਖ ਦੀ ਵੱਡੀ ਘਟਨਾ ਹੈ ਜੀ ਕਿ ਅਹਿਮਦ ਸ਼ਾਹ ਅਬਦਾਲੀ ਦਾ ਪੋਤਾ ਉਹ ਜਿਸ ਵਕਤ ਭਾਰਤ ਦੇ ਉੱਪਰ ਚੌਥਾ ਹਮਲਾ ਕਰਨ ਵਾਸਤੇ ਆਉਂਦਾ ਹੈ ਜੀ, ਉਹ ਲਾਹੌਰ ਦੇ ਸੰਮਣ ਬੁਰਜ ਦੇ ਵਿੱਚ ਬੈਠਾ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਹੋਰ ਵੀ ਜਿਹੜੀਆਂ ਮਿਸਲਾਂ ਦੇ ਸਰਦਾਰ ਸਨ ਉਹਨਾਂ ਨੂੰ ਨਾਲ ਲੈ ਕੇ ਜੀ ਲਾਹੌਰ ਨੂੰ ਜਾ ਕੇ ਘੇਰਾ ਪਾ ਲਿਆ ਜੀ। ਘੇਰਾ ਪਾ ਕੇ ਸੰਮਣ ਬੁਰਜ ਵਾਲੇ ਪਾਸੇ ਨੂੰ ਬੰਦੂਕ ਕਰਕੇ ਤੇ ਗੋਲੀ ਚਲਾਈ, ਦੱਸਿਆ ਕਿ ਅਸੀਂ ਆ ਗਏ ਹਾਂ ਜੀ। ਔਰ ਉਸ ਤੋਂ ਬਾਅਦ ਜਿਹੜੀ ਲਲਕਾਰ ਮਾਰੀ, ਲਲਕਾਰ ਕੇ ਕਿਹਾ ਕਿ ਅਹਿਮਦ ਸ਼ਾਹ ਅਬਦਾਲੀ ਦੇ ਪੋਤਿਆ ਤੈਨੂੰ ਚੜ੍ਹਤ ਸਿੰਘ ਦਾ ਪੋਤਾ ਲਲਕਾਰਦਾ ਹੈ ਜੀ। ਬੜੀ ਹੈਰਾਨੀ ਵਾਲੀ ਗੱਲ ਸੀ। ਔਰ ਚੜ੍ਹਤ ਸਿੰਘ ਦਾ ਪੋਤਰਾ ਤੇ ਲਲਕਾਰਦਾ ਪਿਆ ਸੀ, ਲੇਕਿਨ ਅਬਦਾਲੀ ਦਾ ਪੋਤਾ ਜਿਹੜਾ ਸੀ ਉਹ ਕੁਸਕਿਆ ਵੀ ਨਹੀਂ ਸਾਹਮਣਿਆ। ਔਰ ਫਿਰ ਜਿਹੜਾ ਹੈ ਉਹ ਅਚਾਨਕ ਉਹ ਲਾਹੌਰ ਨੂੰ ਛੱਡ ਕੇ ਤੇ ਅਬਦਾਲੀ ਦਾ ਪੋਤਾ ਵਾਪਸ ਚਲਿਆ ਜਾਂਦਾ ਹੈ। ਔਰ ਇਹ ਬਚਪਨ ਦੀਆਂ ਜਿਹੜੀਆਂ ਵੱਡੀਆਂ ਘਟਨਾਵਾਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚੋਂ ਸਾਨੂੰ ਪ੍ਰਾਪਤ ਹੁੰਦੀਆਂ ਜੀ। ਤੇ ਫਿਰ ਗੱਲ ਕਰੀਏ ਜਿਹੜੇ ਜਿਵੇਂ ਅਸੀਂ ਮਿਸਲ ਦਾ ਜ਼ਿਕਰ ਜਿਹੜਾ ਹੈ ਉਹ ਕੀਤਾ, ਮਿਸਲ ਤੋਂ ਰਾਜ ਤੇ ਫੈਲਾਅ ਤੱਕ ਦੇ ਸਫ਼ਰ ਦੀ ਜ਼ਿਕਰ ਗੱਲ ਕਰੀਏ ਤਾਂ ਉਹ ਕਿਵੇਂ ਦਾ ਸਫ਼ਰ ਜਿਹੜਾ ਆ ਉਹ ਰਿਹਾ ਤੇ ਕਿਵੇਂ ਉਹਨਾਂ ਨੇ ਇੱਕ ਮਿਸਲ ਤੋਂ ਇੱਕ ਰਾਜ ਤੱਕ ਦਾ ਸਫ਼ਰ ਜਿਹੜਾ ਆ ਉਹ ਬੜੀ ਸੁਹਿਰਦਤਾ ਤੇ ਬੜੇ ਅੱਛੇ ਤਰੀਕੇ ਦੇ ਨਾਲ, ਬੜੀ ਗੁਣਵੱਤਾ ਦੇ ਨਾਲ ਇਸ ਚੀਜ਼ ਨੂੰ ਜਿਹੜਾ ਆ ਉਹ ਪੂਰਾ ਕੀਤਾ। ਜਿਸ ਵਕਤ ਸਰਦਾਰ ਮਾਨ ਸਿੰਘ ਜੀ ਚਲਾਣਾ ਕਰ ਜਾਂਦੇ ਆ ਜੀ, ਮਿਸਲ ਦਾ ਜਿਹੜਾ ਪ੍ਰਬੰਧ ਸੀ, ਸ਼ੁਕਰ ਚੱਕੀਆ ਮਿਸਲ ਸੀ ਉਹਨਾਂ ਦੇ ਕੋਲ, ਉਹਦਾ ਪ੍ਰਬੰਧ ਜਿਹੜਾ ਹੈ ਉਹ ਤਿੰਨਾਂ ਹੱਥਾਂ ਦੇ ਵਿੱਚ ਰਹਿੰਦਾ, ਜਿਹਨੂੰ ਤਿਕੜੀ ਦਾ ਕਾਲ ਵੀ ਕਹਿੰਦੇ ਆ ਜੀ। ਪਰ ਜਦੋਂ ਫਿਰ ਮਹਾਰਾਜਾ ਰਣਜੀਤ ਸਿੰਘ ਯੋਗ ਹੋ ਜਾਂਦੇ, ਉਹ ਸਾਰਾ ਪ੍ਰਬੰਧ ਆਪਣੇ ਹੱਥਾਂ ਦੇ ਵਿੱਚ ਲੈ ਲੈਂਦੇ ਆ ਜੀ। ਲਾਹੌਰ ਦੇ ਵਿੱਚ ਜਿਹੜਾ ਹੈ ਉਸ ਵਕਤ ਭੰਗੀ ਸਰਦਾਰ ਚੇਤ ਸਿੰਘ, ਸਾਹਿਬ ਸਿੰਘ ਹੁਣੀ ਉਹ ਰਾਜ ਕਰਦੇ ਪਏ ਸਨ ਜੀ। ਉਹਨਾਂ ਦਾ ਕੋਈ ਜੀਵਨ ਕਿਰਦਾਰ ਵੀ ਕੋਈ ਬਹੁਤਾ ਚੰਗਾ ਨਹੀਂ ਸੀ ਜੀ। ਲੋਕ ਵੀ ਉਹਨਾਂ ਤੋਂ ਥੋੜਾ ਪਰੇਸ਼ਾਨ ਸੀ ਜੀ। ਪਰ ਇਸ ਸਮੇਂ ਦੌਰਾਨ ਕਸੂਰ ਦਾ ਹਾਕਮ ਜਿਹੜਾ ਹੈ ਉਹ ਲਾਹੌਰ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ ਜੀ। ਲਾਹੌਰ ਦੇ ਲੋਕਾਂ ਨੇ ਇਹ ਗੱਲ ਪ੍ਰਵਾਨ ਨਹੀਂ ਕੀਤੀ, ਮੰਨਿਆ ਕਿ ਭੰਗੀ ਸਰਦਾਰਾਂ ਦਾ ਪ੍ਰਬੰਧ ਕੋਈ ਬਹੁਤਾ ਚੰਗਾ ਨਹੀਂ, ਪਰ ਉਹ ਕਸੂਰ ਦੇ ਹਾਕਮ ਨੂੰ ਪਸੰਦ ਨਹੀਂ ਕਰਦੇ, ਉਹ ਜ਼ਾਲਮ ਹੈ ਜੀ। ਇਸ ਕਰਕੇ ਜਿਹੜੇ ਲਾਹੌਰ ਦੇ ਸਰਦਾਰੇ ਸਿਆਣੇ ਮੋਹਤਬਰ ਸੱਜਣ ਸਨ ਜੀ, ਉਹਨਾਂ ਨੇ ਰਣਜੀਤ ਸਿੰਘ ਨੂੰ ਚਿੱਠੀ ਲਿਖੀ ਹੈ, ਅੱਛਾ ਜੀ, ਅਸੀਂ ਤੇਰਾ ਸਾਥ ਦੇਵਾਂਗੇ, ਤੂੰ ਲਾਹੌਰ ਦੇ ਉੱਪਰ ਜਿਹੜਾ ਹਮਲਾ ਕਰ ਤੇ ਇੱਥੋਂ ਦਾ ਰਾਜ ਪ੍ਰਬੰਧ ਤੂੰ ਸਾਂਭ। ਜੀ। ਮਹਾਰਾਜਾ ਰਣਜੀਤ ਸਿੰਘ ਕੋਈ ਕਾਹਲੀ ਨਹੀਂ ਸੀ ਕਰਨਾ ਚਾਹੁੰਦੇ। ਉਹਨਾਂ ਨੇ ਉਸ ਤੋਂ ਪਹਿਲਾਂ ਉਹਨਾਂ ਦਾ ਸਬੰਧ ਜਿਹੜਾ ਬਣ ਚੁੱਕਾ ਹੈ ਉਹ ਹੈ ਉਹਨਾਂ ਦੀ ਸੱਸ ਸਰਦਾਰਨੀ ਸਦਾ ਕੌਰ ਦੇ ਨਾਲ ਸਲਾਹ ਕੀਤੀ ਹੈ ਜੀ। ਇਸ ਤੋਂ ਇਲਾਵਾ ਹੋਰ ਉਹਨਾਂ ਨੇ ਸਿਆਣੇ ਜਿਹੜੇ ਬੰਦੇ ਭੇਜ ਕੇ ਲਾਹੌਰ ਦਾ ਪਤਾ ਕਰਵਾਇਆ ਔਰ ਜਦੋਂ ਸਦਾ ਕੌਰ ਨੇ ਵੀ ਹਾਮੀ ਭਰਤੀ ਜੀ, ਫਿਰ ਉਹਨਾਂ ਨੇ 7 ਜੁਲਾਈ 1799 ਨੂੰ ਜਿਹੜਾ ਲਾਹੌਰ ਦੇ ਉੱਪਰ 25,000 ਫੌਜ ਲੈ ਕੇ ਹਮਲਾ ਕਰਤਾ ਜੀ। ਫੌਜ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਇੱਕ ਦੀ ਅਗਵਾਈ ਸਦਾ ਕੌਰ ਕਰ ਰਹੇ, ਦੂਜੇ ਦੀ ਅਗਵਾਈ ਰਣਜੀਤ ਸਿੰਘ ਕਰ ਰਹੇ ਜੀ। ਉਹਨਾਂ ਨੇ ਜਿਸ ਵਕਤ ਹਮਲਾ ਕੀਤਾ ਤੇ ਭੰਗੀ ਸਰਦਾਰ ਕੁਝ ਦੌੜ ਕੇ, ਕੁਝ ਡਰਦੇ ਹੋਏ ਲੁਕ ਗਏ। ਜਿਹੜੇ ਮੋਹਤਬਰਾਂ ਨੇ ਚਿੱਠੀਆਂ ਲਿਖ ਕੇ ਸੱਦਿਆ ਸੀ ਉਹਨਾਂ ਲਾਹੌਰ ਦੇ ਦਰਵਾਜ਼ੇ ਖੋਲ੍ਹਤੇ ਜੀ। ਰਣਜੀਤ ਸਿੰਘ ਲਾਹੌਰ ਦੇ ਅੰਦਰ ਦਾਖਲ ਹੁੰਦਾ ਹੈ, ਦਾਖਲ ਹੋ ਕੇ ਲਾਹੌਰ ਦੇ ਉੱਪਰ ਕਬਜ਼ਾ ਕਰ ਲੈਂਦੇ ਹੈ ਜੀ। ਲਾਹੌਰ ਜਿਹੜਾ ਹੈ ਉਹ ਰਾਜਨੀਤੀ ਦਾ ਧੁਰਾ ਮੰਨਿਆ ਜਾਂਦਾ ਸੀ ਜੀ। ਫਿਰ ਆਲੇ ਦੁਆਲੇ ਜਿਹੜਾ ਉਹ ਨਿੱਕੇ ਮੋਟੇ ਰਾਜ ਪ੍ਰਬੰਧ ਜਿਹੜੇ ਸੀ ਉਹਨਾਂ ਨੂੰ ਜਿੱਤਣ ਤੋਂ ਬਾਅਦ ਫਿਰ 1801 ਦੇ ਵਿੱਚ 13 ਅਪ੍ਰੈਲ ਨੂੰ ਰਣਜੀਤ ਸਿੰਘ ਜਿਹੜਾ ਹੈ ਉਹ ਗੱਦੀ ਤੇ ਬੈਠ ਕੇ ਤਾਜਪੋਸ਼ੀ ਹੁੰਦੀ ਹੈ ਔਰ ਉਹਨਾਂ ਨੂੰ ਮਹਾਰਾਜਾ ਦਾ ਖਿਤਾਬ ਦਿੱਤਾ ਜਾਂਦਾ। ਇੱਦਾਂ ਮਹਾਰਾਜਾ ਰਣਜੀਤ ਸਿੰਘ ਜਿਹੜੇ ਆ ਉਹ ਰਾਜ ਭਾਗ ਦੇ ਮਾਲਕ ਬਣ ਜਾਂਦੇ। ਗੱਲ ਕਰੀਏ ਤਾਂ ਕਹਿੰਦੇ ਆ ਕਿ ਖਿਤਾਬ ਹਾਸਲ ਕਰਨਾ ਜਾਂ ਮਹਾਰਾਜਾ ਬਣਨਾ ਬੜਾ ਸੌਖਾ ਆ, ਪਰ ਉਸ ਤੋਂ ਬਾਅਦ ਦੇ ਵਿੱਚ ਜਨਤਾ ਨੂੰ ਖੁਸ਼ ਰੱਖਣਾ, ਪ੍ਰਬੰਧ ਨੂੰ ਸੁਚੱਜੇ ਢੰਗ ਦੇ ਨਾਲ ਚਲਾਉਣਾ ਹਰੇਕ ਹੀ ਹੁਕਮਰਾਨ ਵਾਸਤੇ ਬੜਾ ਚੈਲੰਜ ਵਾਲੀ ਚੀਜ਼ ਜਿਹੜੀ ਆ ਉਹ ਹੁੰਦੀ ਆ।
ਮਹਾਰਾਜੇ ਰਣਜੀਤ ਸਿੰਘ ਦੇ ਹਿੱਸੇ ਜੋ ਕੁਛ ਆਇਆ, ਜੋ ਕੁਛ ਅਸੀਂ ਹੁਣ ਵੀ ਪੜ੍ਹਦੇ ਹਾਂ, ਉਹਨਾਂ ਦੀ ਇਹ ਚੀਜ਼ ਜਿਹੜੀ ਆ ਉਹ ਕਿਵੇਂ ਦੀ ਸੀਗੀ ਕਿ ਰਾਜ ਪ੍ਰਬੰਧ ਕਿਵੇਂ ਉਹਨਾਂ ਨੇ ਸੁਹਿਰਦਤਾ ਦੇ ਨਾਲ ਬੜੇ ਅੱਛੇ ਤਰੀਕੇ ਦੇ ਨਾਲ ਚਲਾਇਆ, ਤੇ ਕਿਵੇਂ ਦੇ ਪ੍ਰਬੰਧ ਸੀ, ਕੀ ਉਦੋਂ ਲੋਕ ਉਹਨਾਂ ਤੋਂ ਕਿੰਨੇ ਕੁ ਖੁਸ਼ ਸੀ ਤੇ ਕਿਉਂ ਖੁਸ਼ ਸੀਗੇ? ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਪ੍ਰਬੰਧ ਚਲਾਇਆ ਏ, ਉਹਦੇ ਵਰਗਾ ਪ੍ਰਬੰਧ ਦੁਨੀਆ ਦੇ ਵਿੱਚ ਕਿਧਰੇ ਵੀ ਕਿਤੇ ਚੱਲ ਨਹੀਂ ਸਕਿਆ ਜੀ। ਉਹਨਾਂ ਦੇ ਰਾਜ ਦੇ ਵਿੱਚ ਸਾਰੇ ਲੋਕ ਸੁਖੀ ਸੀ ਜੀ। ਉਹ ਕਿਸੇ ਵੀ ਧਰਮ ਦੇ ਲੋਕ ਹੋਣ, ਹਿੰਦੂ ਹੋਣ, ਮੁਸਲਮਾਨ ਹੋਣ, ਸਿੱਖ ਹੋਣ, ਜੀ, ਸਾਰਿਆਂ ਨੂੰ ਬਰਾਬਰਤਾ ਦੀ ਨਿਗਾਹ ਦੇ ਨਾਲ ਵੇਖਿਆ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦਾ ਫੈਲਾਅ ਕਰਨਾ ਸ਼ੁਰੂ ਕੀਤਾ। ਹਾਂਜੀ। ਫੈਲਾਅ ਕਰਨ ਤੋਂ ਬਾਅਦ ਉਹਦਾ ਪ੍ਰਬੰਧ ਕੀਤਾ ਜੀ। ਆਪਣੇ ਰਾਜ ਭਾਗ ਨੂੰ 4 ਸੂਬਿਆਂ 'ਚ ਵੰਡਿਆ, ਲਾਹੌਰ, ਮੁਲਤਾਨ, ਪਿਸ਼ੌਰ ਤੇ ਕਸ਼ਮੀਰ। 4 ਸੂਬਿਆਂ ਤੋਂ ਬਾਅਦ ਉਹਨਾਂ ਨੇ ਫਿਰ ਉਹਨਾਂ ਨੂੰ ਤਹਿਸੀਲਾਂ ਦੇ ਵਿੱਚ ਵੰਡਿਆ ਜੀ। ਉੱਥੇ ਉਹਨਾਂ ਦੇ ਹਾਕਮ ਜਿਹੜੇ ਉਹ ਨਿਯਤ ਕੀਤੇ ਗਏ। ਫਿਰ ਕੋਤਵਾਲੀ ਬਣਾਈ, ਜੇ ਕੋਈ ਆਮ ਕਰਕੇ ਕੇਸ ਆ ਜਾਂਦਾ, ਕੋਈ ਲੜਾਈ ਝਗੜਾ, ਉਹਦੇ ਵਾਸਤੇ ਕੋਤਵਾਲੀਆਂ ਸਥਾਪਿਤ ਕੀਤੀਆਂ ਗਈਆਂ ਜੀ। ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਨੇ ਸਾਰੇ ਲੋਕਾਂ ਦੇ ਵਾਸਤੇ ਇੱਕ ਦਵਾਖਾਨਾ ਤਿਆਰ ਕਰਵਾਇਆ। ਅੱਛਾ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਗਰੀਬ ਗੁਰਦਾ ਉਹ ਆਣ ਕੇ ਉਸ ਸਰਕਾਰੀ ਦਵਾਖਾਨੇ ਦੇ ਵਿੱਚੋਂ ਦਵਾਈ ਪ੍ਰਾਪਤ ਕਰ ਲੇ ਜੀ। ਉਹਨਾਂ ਨੇ ਜਿੰਨੇ ਵੀ ਗੁਰੂ ਘਰ ਸੀ ਉਹਨਾਂ ਦੇ ਨਾਲ ਪਾਠਸ਼ਾਲਾ, ਜਿਨ੍ਹਾਂ ਨੂੰ ਅੱਜ ਕੱਲ੍ਹ ਸਕੂਲ ਕਹਿੰਦੇ ਜੀ, ਉਹ ਬਣਵਾਏ ਜੀ। ਔਰ ਸਭ ਤੋਂ ਵਧੀਆ ਪ੍ਰਬੰਧ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ, ਰਾਜ ਦਾ ਦੂਰ ਤੱਕ ਫੈਲਾਅ ਕੀਤਾ। ਔਰ ਸਾਰੇ ਧਰਮਾਂ ਦੇ ਲੋਕ ਜਿਹੜੇ ਹੈ ਉਹਨਾਂ ਦੀ ਜ਼ਿੰਦਗੀ, ਉਹਨਾਂ ਦੇ ਜੀਵਨ ਵਾਸਤੇ ਕਾਮਨਾ ਕਰਦੇ ਸੀ ਜੀ। ਇਸ ਕਰਕੇ ਉਹਨਾਂ ਨੇ ਵੱਡਾ ਜਿਹੜਾ ਰਾਜ ਦਾ ਫੈਲਾਅ ਕਰਕੇ ਤੇ ਵਧੀਆ ਪ੍ਰਬੰਧ ਚਲਾਇਆ। ਔਰ ਖਾਸ ਕਰਕੇ ਇੱਕ ਸ਼ਿਕਾਇਤਾਂ ਵਾਸਤੇ ਬਾਕਸ ਲਾਇਆ ਸੀ, ਜਿਹਦੀ ਚਾਬੀ ਵੀ ਮਹਾਰਾਜਾ ਸਾਹਿਬ ਆਪਣੇ ਕੋਲ ਰੱਖਦੇ ਸੀ ਜੀ। ਕੋਈ ਸ਼ਿਕਾਇਤ ਕਰਦਾ ਹੈ, ਉਹ ਸ਼ਿਕਾਇਤ ਜਿਹੜੀ ਜੇ ਉਹ ਆਪ ਪੜ੍ਹਦੇ ਆ ਤੇ ਪੜ੍ਹਨ ਤੋਂ ਬਾਅਦ ਉਹ ਮੁਸ਼ਕਲ ਦਾ ਹੱਲ ਕਰਦੇ ਆ। 3 ਮਹੀਨਿਆਂ ਬਾਅਦ ਸਾਰੇ ਹੀ ਆਪਣੇ ਰਾਜ ਦਾ ਦੌਰਾ ਕਰਦੇ, ਥਾਂ ਥਾਂ ਤੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਔਰ ਸੁਣਨ ਤੋਂ ਬਾਅਦ ਜਿਹੜਾ ਉਹਨਾਂ ਦਾ ਹੱਲ ਵੀ ਕਰਦੇ। ਇਸ ਕਰਕੇ ਸ਼ੇਰੇ ਪੰਜਾਬ ਦਾ ਰਾਜ ਭਾਗ ਜਿਹੜਾ ਉਹ ਬਹੁਤ ਵਧੀਆ ਸੀ। ਪ੍ਰਜਾ ਦੇ ਨਾਲ ਲਗਾਓ ਦੀ ਗੱਲ ਕਰੀਏ ਤਾਂ ਗੱਲਾਂ ਕਰਨ ਨੂੰ ਤਾਂ ਕੀਤੀਆਂ ਜਾ ਸਕਦੀਆਂ ਨੇ ਕਿ ਅਸੀਂ ਆਪਣੀ ਜਨਤਾ ਦਾ ਖਿਆਲ ਰੱਖ ਰਹੇ ਹਾਂ, ਚਾਹੇ ਉਹ ਅਸੀਂ ਅੱਜ ਦੀ ਵੀ ਗੱਲ ਕਰੀਏ। ਪਰ ਜਨਤਾ ਕੀ ਮਹਾਰਾਜੇ ਦੇ ਬਾਰੇ ਦੇ ਵਿੱਚ, ਹੁਕਮਰਾਨ ਦੇ ਬਾਰੇ ਦੇ ਵਿੱਚ, ਜਾਂ ਕਿਸੇ ਵੀ ਸਟੇਟ ਦੇ ਲੀਡਰ ਦੇ ਬਾਰੇ ਦੇ ਵਿੱਚ ਕੀ ਸੋਚਦੀ ਆ, ਇਹ ਬੜੀ ਅਹਿਮ ਗੱਲ ਆ। ਸੋ ਪ੍ਰਜਾ ਨਾਲ ਲਗਾਓ ਦੀ ਗੱਲ ਕਰੀਏ ਤਾਂ ਕਈ ਉਦਾਹਰਨਾਂ ਵੀ ਅਸੀਂ ਇਤਿਹਾਸ ਦੀਆਂ ਜਿਹੜੀਆਂ ਸਾਡੇ ਕੋਲ ਪਈਆਂ ਨੇ, ਤੇ ਕਿਵੇਂ ਦਾ ਲਗਾਓ ਸੀਗਾ ਕਿ ਉਹ ਸੁਚੱਜੇ ਢੰਗ ਦੇ ਨਾਲ ਜਿਹੜਾ ਆਪਣਾ ਰਾਜ ਚਲਾ ਸਕੇ। ਜਿਹੜਾ ਪ੍ਰਜਾ ਦੇ ਨਾਲ ਉਹਨਾਂ ਦਾ ਲਗਾਓ ਸੀ ਉਹ ਤੇ ਬੜਾ ਹੈਰਾਨ ਕਰ ਦੇਣ ਵਾਲਾ ਜੀ। ਇਦਾਂ ਦਾ ਤੇ ਕਿਧਰੇ ਵੀ ਨਹੀਂ, ਭਾਵੇਂ ਕੋਈ ਲੱਖਾਂ ਦਾਅਵੇ ਕਰੀ ਜਾਏ ਅਸੀਂ ਰਾਜ ਮਹਾਰਾਜਾ ਰਣਜੀਤ ਸਿੰਘ ਵਰਗਾ ਬਣਾਉਣਾ, ਗੱਲਾਂ ਨਾਲ ਤੇ ਬਣ ਨਹੀਂ ਜਾਂਦਾ। ਹਾਂਜੀ। ਔਰ ਉਹਨਾਂ ਦਾ ਜਿਹੜਾ ਪ੍ਰਜਾ ਦੇ ਨਾਲ ਲਗਾਵ ਹੈ ਉਹ ਬੜਾ ਹੈਰਾਨ ਕਰ ਦੇਣ ਵਾਲਾ ਹੈ ਕਿ ਲੰਘਦੇ ਪਏ ਬੱਚੇ, ਖੇਡਦੇ ਪਏ ਬੱਚੇ, ਬੇਰੀ ਨੂੰ ਜਿਹੜਾ ਉਹ ਮਾਰਦੇ ਵੱਟੇ ਜੀ, ਤੇ ਉਹ ਬੇਰ ਥੱਲਿਓਂ ਜਦੋਂ ਡਿੱਗ ਪੈਂਦੇ ਆ ਤੇ ਉਹਨਾਂ ਨੂੰ ਚੁੱਕਦੇ ਆ ਜੀ। ਸ਼ੇਰੇ ਪੰਜਾਬ ਲੰਘਦੇ ਪਏ ਤੇ ਵੱਟਾ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਵੱਜ ਜਾਂਦਾ। ਜਿਹੜੇ ਉਹਨਾਂ ਦੇ ਅੰਗ ਰੱਖਿਅਕ ਸਨ, ਸਿਪਾਹੀ ਸਨ, ਉਹਨਾਂ ਨੇ ਬੱਚਿਆਂ ਨੂੰ ਫੜ ਲਿਆ ਜੀ ਵੀ ਇਹ ਕਿਉਂ ਕੀਤਾ ਤੁਸੀਂ, ਇੱਕ ਰਾਜੇ ਦੇ ਵੱਟਾ ਵੱਜਾ ਜੀ। ਹਕੀਕਤ ਹੈ ਜੇ ਕਿਸੇ ਹੋਰ ਰਾਜੇ ਦੇ ਵੱਜਾ ਹੁੰਦਾ ਤੇ ਉਹਨਾਂ ਮੌਤ ਦੀ ਸਜ਼ਾ ਦੇਣੀ ਸੀ। ਬਿਲਕੁਲ। ਪਰ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਵੀ ਕਿਉਂ ਵੱਜਾ, ਕਹਿੰਦੇ ਜੀ ਬੇਰੀ ਦੇ ਮਾਰਦੇ ਸੀ, ਉਹ ਬੇਰ ਦਿੰਦੀ ਅੱਗੋਂ। ਤੇ ਮਹਾਰਾਜਾ ਸਾਹਿਬ ਕਹਿੰਦੇ ਫਿਰ ਇੱਕ ਰਾਜੇ ਦੇ ਵੱਜਾ, ਫਿਰ ਕੁਛ ਤੇ ਮਿਲਣਾ ਚਾਹੀਦਾ ਉਹਨਾਂ ਨੂੰ, ਬੱਚਿਆਂ ਨੂੰ ਮੋਹਰਾਂ ਦੇ ਦਿੱਤੀਆਂ ਜੀ। ਲੰਘਦੇ ਪਏ ਸੀ, ਕਹਿੰਦੇ ਕਿ ਇੱਕ ਬਜ਼ੁਰਗ ਮਾਤਾ ਸੀ ਤੇ ਉਹਦੇ ਹੱਥ ਵਿੱਚ ਤਵਾ ਹੈ ਜਿਹਦੇ ਤੇ ਆਪਾਂ ਰੋਟੀਆਂ ਪਕਾਉਂਦੇ ਆ ਜੀ ਜੀ ਜੀ। ਉਹ ਤਵਾ ਉਹਨੇ ਲਿਆ ਕੇ ਤੇ ਮਹਾਰਾਜਾ ਸਾਹਿਬ ਦੇ ਕੱਪੜਿਆਂ ਦੇ ਨਾਲ ਘਸਾਤਾ। ਸੁਭਾਵਕ ਹੈ ਕੱਪੜੇ ਕਾਲੇ ਹੋ ਗਏ ਹੋਣਗੇ। ਉਹ ਪੁੱਛਿਆ ਮਹਾਰਾਜ ਸਾਹਿਬ ਨੇ ਵੀ ਇਹ ਕਾਹਦੇ ਵਾਸਤੇ ਕੀਤਾ ਤੂੰ ਜੀ? ਕਹਿੰਦੀ ਕਿ ਮੈਂ ਤਾਂ ਸੁਣਿਆ ਹੀ ਹੈ ਵੀ ਰਣਜੀਤ ਸਿੰਘ ਸਾਡਾ ਰਾਜਾ ਪਾਰਸ ਹੈ ਜੀ, ਤੇ ਪਾਰਸ ਜਿਹੜਾ ਹੈ ਉਹਦੇ ਨਾਲ ਲੋਹਾ ਘਸਾ ਦਈਏ ਤੇ ਸੋਨਾ ਬਣ ਜਾਂਦਾ ਜੀ। ਤੇ ਮੈਂ ਤਾਂ ਵੇਖਣ ਆਈ ਵੀ ਸੋਨਾ ਬਣਦਾ ਕਿ ਨਹੀਂ ਬਣਦਾ। ਉਹ ਰਣਜੀਤ ਸਿੰਘ ਹੱਸ ਪਏ, ਕਹਿੰਦੇ ਨਹੀਂ ਫਿਰ ਸੋਨਾ ਬਣ ਗਿਆ ਜੀ। ਕਹਿੰਦੀ ਮੇਰੇ ਕੋਲ ਹੋਰ ਕੁਝ ਹੈ ਨਹੀਂ, ਮੇਰੀ ਬੱਚੀ ਵਿਆਹੁਣ ਵਾਲੀ ਹੈ ਜੀ, ਤੇ ਮੈਂ ਤੇ ਇਸ ਕਰਕੇ ਇਹ ਸੋਨਾ ਬਣਾਉਣ ਵਾਸਤੇ ਆਈ ਸੀ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਦੇ ਦਿਓ ਇਹਦੇ ਤਵੇ ਦੇ ਬਰਾਬਰ ਜਿੰਨਾ ਸੋਨਾ ਬਣਦਾ ਜੀ। ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਨੇ। ਜੇ ਲਾਹੌਰ 'ਚ ਕਾਲ ਪੈ ਗਿਆ
ਤੇ ਸਾਰੇ ਦਰਵਾਜ਼ੇ ਖੋਲ੍ਹਤੇ, ਕਹਿੰਦੇ ਵੀ ਆ ਜਾਓ, ਜਿੰਨਾ ਅਨਾਜ ਕੋਈ ਲਿਜਾ ਸਕਦਾ ਲੈ ਜਾਓ। ਤੇ ਉਹ ਆਪਾਂ ਨਿੱਕੇ ਨਿੱਕੇ ਹੁੰਦੇ ਬਚਪਨ 'ਚ ਵੀ ਪੜ੍ਹਦੇ ਹੁੰਦੇ ਸੀ, ਉਹ ਪੰਡ ਭਾਰੀ ਹੋ ਗਈ ਬਜ਼ੁਰਗ ਦੀ, ਉਹ ਛੱਡਣ ਵੀ ਆਪ ਮਹਾਰਾਜਾ ਸਾਹਿਬ ਚਲ ਗਏ। ਜਦੋਂ ਵਾਪਸ ਮੁੜਨ ਲੱਗੇ ਤਾਂ ਕਹਿੰਦਾ ਵੀ ਜਾਣ ਲੱਗਾ, ਨਾਂ ਤੇ ਦੱਸ ਜਾ, ਤੂੰ ਹੈ ਕੌਣ ਹੈ? ਤੇ ਉਹ ਮਹਾਰਾਜਾ ਸਾਹਿਬ ਉੱਪਰੋਂ ਲਾ ਕੇ ਬੁੱਕਲ ਕਹਿੰਦੇ, ਮੈਂ ਰਾਜਾ ਹਾਂ, ਰਣਜੀਤ ਹੈ ਨਾਮ ਮੇਰਾ, ਨੇਕੀ ਹੈ ਕਾਰ ਮੇਰੀ, ਸਾਂਝਾ ਹੈ ਧਰਮ ਮੇਰਾ, ਕਾਬਲ ਤੱਕ ਪਾਉਂਦਾ ਮੈਂ ਕੂਕਰ ਹਾਂ, ਪਰ ਪਿਆਰੇ ਬਾਬਾ ਜੀ ਪ੍ਰਜਾ ਦਾ ਕੂਕਰ ਹਾਂ, ਮੈਂ ਤੇ ਆਪਣੀ ਪ੍ਰਜਾ ਦਾ ਕੂਕਰ ਹਾਂ। ਇਸ ਕਰਕੇ ਪ੍ਰਜਾ ਜਿਹੜੀ ਸੀ ਉਹਨਾਂ ਦੇ ਰਾਜ ਵਿੱਚ ਬੜੀ ਸੁਖੀ ਸੀ। ਪ੍ਰਜਾ ਦਾ ਸਿੱਧਾ ਸੰਬੰਧ ਰਾਜੇ ਦੇ ਨਾਲ ਸੀ। ਆਮ ਕਰਕੇ ਪ੍ਰਜਾ ਜਿਹੜੀ ਉਹ ਜਿਹੜੇ ਆਫੀਸਰ ਹੁੰਦੇ ਆ, ਅਫਸਰ ਸ਼੍ਰੇਣੀ ਵਿੱਚ ਆ ਜਾਂਦੀ, ਉਹਨਾਂ ਤੋਂ ਦੁਖੀ ਹੁੰਦੀ ਹੈ, ਰਾਜੇ ਤੱਕ ਕੋਈ ਪੁਕਾਰ ਹੀ ਨਹੀਂ ਪਹੁੰਚਦੀ। ਲੇਕਿਨ ਮਹਾਰਾਜਾ ਰਣਜੀਤ ਸਿੰਘ ਦਾ ਸਿੱਧਾ ਸੰਬੰਧ ਪ੍ਰਜਾ ਦੇ ਨਾਲ ਖੁਦ ਦਾ ਸੀ। ਪ੍ਰਜਾ ਉਹਨਾਂ ਦੇ ਰਾਜ ਵਿੱਚ ਬੜੀ ਸੁਖੀ ਸੀ। ਜੀ ਬਿਲਕੁਲ। ਇਤਿਹਾਸ ਦੀਆਂ ਗੱਲਾਂ ਨੂੰ ਜਦੋਂ ਅਸੀਂ ਫਰੋਲਦੇ ਹਾਂ, ਇਤਿਹਾਸ ਦੇ ਪੰਨਿਆਂ ਨੂੰ ਜਦੋਂ ਅਸੀਂ ਫਰੋਲਦੇ ਹਾਂ, ਤਾਂ ਬੜੀਆਂ ਅਨਮੋਲ ਗੱਲਾਂ, ਜੀਵਨ ਨੂੰ ਸੇਧ ਦੇਣ ਵਾਲੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਇੱਥੇ ਤਾਂ ਭਾਈ ਸਾਹਿਬ ਜੀ ਇਹੋ ਜਿਹੇ ਰਾਜੇ ਵੀ ਰਹੇ ਆ ਕਿ ਜਿਨ੍ਹਾਂ ਨੇ ਕਬਰਾਂ ਦੇ ਵਿੱਚੋਂ ਮੁਰਦੇ ਵੀ ਪੁੱਟ ਕੇ ਉਹਨਾਂ ਦੇ ਮੂੰਹ ਦੇ ਵਿੱਚ ਪਾਏ ਪੈਸੇ ਜਿਹੜੇ ਆ ਉਹ ਵੀ ਕੱਢ ਲਏ ਸੀਗੇ। ਅਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ ਦੀ ਗੱਲ ਕਰੀਏ ਤਾਂ ਜਿਨ੍ਹਾਂ ਦਾ ਅੱਜ ਵੀ ਇੱਕ ਹਲੀਮੀ ਰਾਜ ਦੇ ਵਜੋਂ ਜਿਹੜਾ ਆ ਉਹ ਯਾਦ ਕੀਤਾ ਜਾਂਦਾ ਉਹਨਾਂ ਨੂੰ, ਕਿ ਉਹਨਾਂ ਨੇ ਆਪਣੀ ਪ੍ਰਜਾ ਦੇ ਨਾਲ ਕਿਵੇਂ ਦਾ ਉਹਨਾਂ ਦਾ ਲਗਾਓ ਜਿਹੜਾ ਆ ਉਹ ਸੀਗਾ। ਅਤੇ ਗੱਲ ਕਰੀਏ ਧਰਮ ਦੀ, ਤਾਂ ਧਰਮ ਚਾਹੇ ਕਿ ਉਹ ਹਰੇਕ ਧਰਮ ਦਾ ਸਤਿਕਾਰ ਜਿਹੜਾ ਉਹ ਕਰਦੇ ਸੀ। ਵੱਖ ਉਹਨਾਂ ਨੇ ਸਥਾਨ ਜਿਹੜੇ ਆ ਉਹ ਬਣਵਾਏ ਵੀ ਜਿੱਥੇ ਕਿਤੇ ਜ਼ਰੂਰਤ ਸੀਗੀ। ਅਤੇ ਇੱਕ ਸਿੱਖ ਰਾਜਾ ਹੋਣ ਦੇ ਨਾਤੇ ਜੇਕਰ ਗੱਲ ਕਰੀਏ ਸਿੱਖ ਧਰਮ ਦੀ, ਤਾਂ ਉਹਨਾਂ ਦਾ ਧਰਮ ਪ੍ਰਤੀ ਲਗਾਓ ਜਿਹੜਾ ਆ ਉਹ ਕਿੱਦਾਂ ਦਾ ਸੀ ਅਤੇ ਕਿਵੇਂ ਉਹ ਝਲਕਦਾ ਆ? ਕੁਝ ਉਦਾਹਰਨਾਂ ਉਹ ਵੀ ਜ਼ਰੂਰ ਸਾਂਝੀਆਂ ਕਰਿਓ। ਦੇਖੋ, ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਜੀ, ਉਹਨਾਂ ਦੇ ਵਿੱਚੋਂ ਉਹਨਾਂ ਦੇ ਦਾਦਾ ਜੀ ਝਲਕਦੇ ਸੀ, ਸਰਦਾਰ ਚੜ੍ਹਤ ਸਿੰਘ ਜੀ। ਚੜ੍ਹਤ ਸਿੰਘ ਜੀ ਸਿੱਖੀ ਨੂੰ ਸਮਰਪਿਤ ਸਨ। ਸਿੱਖੀ ਦੇ ਵਾਸਤੇ ਪੁਰਜਾ ਹੋਣ ਵਾਸਤੇ ਤਿਆਰ ਰਹਿੰਦੇ ਸੀ। ਸਿੱਖੀ ਦੇ ਵਾਸਤੇ ਉਹਨਾਂ ਨੇ ਬਹੁਤ ਸਾਰੀਆਂ ਜੰਗਾਂ ਲੜੀਆਂ, ਔਰ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਉਹੀ ਖੂਨ ਸੀ ਜੀ, ਉਹਨਾਂ ਦੇ ਅੰਦਰ ਧਰਮ ਪ੍ਰਤੀ ਉਹੀ ਲਗਾਵ ਸੀ ਜੀ। ਜਦੋਂ ਵੀ ਕਿਸੇ ਮੁਹਿੰਮ 'ਤੇ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕਰਕੇ ਫਿਰ ਜਾਣਾ। ਹਾਂਜੀ। ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਾਣਾ ਜੀ। ਸ਼੍ਰੀ ਦਰਬਾਰ ਸਾਹਿਬ ਜੀ ਦੇ ਸੰਬੰਧ ਵਿੱਚ ਕਹਿੰਦੇ ਆ ਕਿ ਕਿਸੇ ਨਿਹੰਗ ਸਿੰਘ ਨੇ ਆਣ ਕੇ ਕਿਹਾ, ਉਹ ਰਣਜੀਤ ਸਿਆਂ, ਜਦੋਂ ਅਬਦਾਲੀ ਬਾਰ-ਬਾਰ ਸ਼੍ਰੀ ਦਰਬਾਰ ਸਾਹਿਬ ਨੂੰ ਢਾਉਣ ਵਾਸਤੇ ਆਉਂਦਾ ਸੀ, ਤੇਰੇ ਦਾਦਾ ਚੜ੍ਹਤ ਸਿੰਘ ਨੇ ਕਿਹਾ ਸੀ ਵੀ ਅਬਦਾਲੀ ਤੂੰ ਢਾਉਣ ਆਉਣਾ ਹੈ, ਜਿੱਦਣ ਸਾਡਾ ਰਾਜ ਆ ਗਿਆ ਅਸੀਂ ਸੋਨੇ 'ਚ ਮੜ ਦੇਣਾ ਜੀ। ਰਣਜੀਤ ਸਿਆਂ, ਰਾਜ ਆ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਫਿਰ ਉਹੀ ਕਾਰਜ ਕੀਤੇ, ਜੇ ਮੇਰੇ ਦਾਦਾ ਜੀ ਨੇ ਕਿਹਾ ਨਾ ਤੇ ਅਸੀਂ ਸੱਚਮੁੱਚ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਸੋਨਾ ਲਵਾ ਦਿਆਂਗੇ ਜੀ। ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਜਿਹੜਾ ਉਹ ਸੋਨਾ ਚੜਵਾ ਦਿੱਤਾ ਜੀ। ਹੋਰ ਵੀ ਬਹੁਤ ਸਾਰੇ ਗੁਰਦੁਆਰੇ ਸਾਹਿਬਾਨਾਂ ਦੇ ਉੱਪਰ ਉਹਨਾਂ ਨੇ ਸੋਨਾ ਲਗਵਾਇਆ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਜੋਤੀ ਜੋਤ ਸਮਾਏ ਸੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ ਸੀ ਜੀ। ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਜੀ, ਉੱਥੋਂ ਦਾ ਜਿਹੜਾ ਨਿਜ਼ਾਮ ਸੀ ਹੈਦਰਾਬਾਦ ਜੀ, ਉਹਦੇ ਨਾਲ ਚੰਗੇ ਸਖਾਵੇਂ ਸੰਬੰਧ ਸੀ ਜੀ। ਉਹਨਾਂ ਨੂੰ ਨਾਲ ਲੈ ਕੇ ਤੇ ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਸਥਾਨ ਜਿਹੜਾ ਉਹਦੀ ਉਸਾਰੀ ਕਰਵਾਈ ਜੀ। ਭਾਵੇਂ ਕਿ ਬਾਅਦ ਵਿੱਚ ਬਹੁਤ ਸਾਰੇ ਭੁਲੇਖੇ ਪਾ ਦਿੱਤੇ ਗਏ ਕਿ ਗੁਰੂ ਗੋਬਿੰਦ ਸਿੰਘ ਕਹਿੰਦੇ ਸੀ ਜਿਹੜਾ ਸਾਡੇ ਸਥਾਨ ਦੀ ਉਸਾਰੀ ਕਰਵਾਏਗਾ ਉਹਦੀ ਕੁੱਲ ਨਾਸ ਹੋ, ਇੱਦਾਂ ਦੀ ਗੱਲ ਇਹ ਵਿਰੋਧੀਆਂ ਵੱਲੋਂ ਫੈਲਾਈ ਗਈ ਸੀ ਜੀ। ਮਹਾਰਾਜਾ ਰਣਜੀਤ ਸਿੰਘ ਦਾ ਉਹ ਸੇਵਾ ਭਾਵ ਸੀ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸਥਾਨ ਦੀ ਵੀ ਉਸਾਰੀ ਕਰਵਾਈ। ਸ਼੍ਰੀ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਿਆਰ ਕਰਵਾਇਆ ਸੀ ਜੀ। ਉਦੋਂ ਕੇਵਲ ਇੱਕ ਥੜੇ ਦੇ ਰੂਪ ਵਿੱਚ ਸੀ ਜੀ ਜੀ ਜੀ। ਬਾਅਦ ਵਿੱਚ ਮਿਸਲਾਂ ਦੇ ਸਮੇਂ ਦੌਰਾਨ ਉਹਦੀ ਪਹਿਲੀ ਮੰਜ਼ਿਲ ਜਿਹੜੀ ਉਹ ਬਣਾਈ ਗਈ ਜੀ। ਔਰ ਇੱਕ ਮੰਜ਼ਿਲ ਤੋਂ ਬਾਅਦ ਬਾਕੀ ਦੀਆਂ ਮੰਜ਼ਿਲਾਂ ਜਿਹੜੀਆਂ ਨੇ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਣਾਈਆਂ ਸੀ, ਤਾਂ ਜਾ ਕੇ 5 ਮੰਜ਼ਿਲਾਂ ਕੰਪਲੀਟ ਹੋਈਆਂ ਜੀ। ਭਾਵੇਂ ਕਿ ਉਹ ਮੰਜ਼ਿਲਾਂ ਜਿਹੜੀਆਂ ਨੇ ਉਹ 1984 ਦੇ ਦੌਰਾਨ ਉਹ ਢਹਿ ਢੇਰੀ ਹੋ ਗਿਆ, ਔਰ ਸਿੱਖਾਂ ਨੇ ਬਾਅਦ ਵਿੱਚ ਨਵਾਂ ਉਸਾਰੀ ਕਰਵਾਈ। ਔਰ ਜਦੋਂ ਹੈਦਰਾਬਾਦ ਦੇ ਨਿਜ਼ਾਮ ਨੇ ਚਾਨਣੀ ਭੇਟ ਕੀਤੀ, ਸ਼ੇਰੇ ਪੰਜਾਬ ਨੇ ਦੇਖਿਆ ਇੰਨੀ ਕੀਮਤੀ ਚਾਨਣੀ ਜੀ, ਕਹਿੰਦੇ ਮੇਰੇ ਕੋਲ ਤਾਂ ਨਹੀਂ ਚਾਹੀਦੀ, ਇਹ ਤਾਂ ਸ਼੍ਰੀ ਦਰਬਾਰ ਸਾਹਿਬ ਚਾਹੀਦੀ ਹੈ ਜੀ। ਦਰਬਾਰ ਸਾਹਿਬ ਭੇਟ ਕਰਤੀ, ਭਾਵੇਂ ਕਿ ਬਾਅਦ ਵਿੱਚ ਉਹ ਵੀ ਆਪਾਂ ਜਾਣਦੇ ਕਿ 1984 ਦੇ ਦੌਰਾਨ ਉਹ ਸੜ ਗਈ। ਜੇ ਸ਼ੇਰਾ ਸੀ ਇੱਕ ਬੜਾ ਕੀਮਤੀ ਸੀ ਕੰਵਲ ਨੌਨਿਹਾਲ ਸਿੰਘ ਦਾ, ਉਹ ਵੀ ਸ਼੍ਰੀ ਦਰਬਾਰ ਸਾਹਿਬ ਭੇਟ ਕਰਤਾ ਜੀ। ਔਰ ਵੱਡਾ ਕਾਰਜ ਕੀਤਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੀਸ ਦੀ ਕਲਗੀ ਸੀ ਜਿਹੜੀ ਭਾਈ ਸੰਗਤ ਸਿੰਘ ਨੂੰ ਦਿੱਤੀ, ਉਹਨਾਂ ਦੇ ਪਰਿਵਾਰ ਦੇ ਕੋਲ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਖਜ਼ਾਨੇ ਚੋਂ ਸਾਰੇ ਪੈਸੇ ਦੇ ਦਿੱਤੇ ਜਿੰਨੇ ਉਸ ਦਿਨ ਖਜ਼ਾਨੇ 'ਚ ਸੀ, ਔਰ ਉਹ ਕਲਗੀ ਉਹਨਾਂ ਦੇ ਕੋਲੋਂ ਲਈ। ਦੁੱਖ ਦੀ ਬਾਤ ਹੈ ਕਿ ਉਹ ਅੱਜ ਬਰਤਾਨੀਆ ਹਕੂਮਤ ਦੇ ਕੋਲ ਪਈ ਹੈ। ਸ਼ੇਰੇ ਪੰਜਾਬ ਦਾ ਇਹ ਸਾਰਾ ਧਰਮ ਪ੍ਰਤੀ ਉਹ ਲਗਾਵ ਸੀ, ਸਿੱਖੀ ਪ੍ਰਤੀ ਪਿਆਰ ਸੀ, ਸ਼ਰਧਾ ਸੀ, ਜਿਹੜੇ ਕਾਰਜ ਉਹਨਾਂ ਨੇ ਆਪਣੇ ਰਾਜ ਦੌਰਾਨ ਕੀਤੇ। ਅੱਜ ਵੀ ਸ਼੍ਰੀ ਦਰਬਾਰ ਸਾਹਿਬ ਦੇ ਜਦੋਂ ਆਪਾਂ ਦਰਸ਼ਨ ਕਰਦੇ, ਭਾਵੇਂ ਕਿ ਦਰਬਾਰ ਸਾਹਿਬ ਦੀ ਮਹਾਨਤਾ ਸੋਨੇ ਕਰਕੇ ਨਹੀਂ ਹੈ, ਪਰ ਉਹਦੇ ਵਿੱਚੋਂ ਸਿੱਖ ਰਾਜ ਦੀ ਝਲਕ ਪੈਂਦੀ ਹੈ। ਜੀ ਬਿਲਕੁਲ। ਮਹਾਰਾਜਾ ਰਣਜੀਤ ਸਿੰਘ ਦੇ ਕੋਲ ਕਹਿੰਦੇ ਆ ਕਿ ਇੱਕ ਬੜਾ ਬੇਸ਼ਕੀਮਤੀ ਹੀਰਾ ਜਿਸ ਨੂੰ ਕੋਹੇ ਨੂਰ ਕਿਹਾ ਜਾਂਦਾ ਸੀਗਾ, ਉਹ ਵੀ ਸੀਗਾ। ਪਰ ਜਿਵੇਂ ਭਾਈ ਸਾਹਿਬ ਨੇ ਜ਼ਿਕਰ ਕੀਤਾ ਆ ਕਿ ਬਾਅਦ ਦੇ ਵਿੱਚ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤਾਂ ਬਹੁਤ ਸਾਰਾ ਜਿਹੜਾ ਬੇਸ਼ਕੀਮਤੀ ਸਮਾਨ ਸੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਤੋਸ਼ੇਖਾਨੇ ਦੇ ਵਿੱਚ ਸੀਗਾ, ਜਾਂ ਉਹਨਾਂ ਦੇ ਕੋਲ ਜੋ ਵੀ ਕੀਮਤੀ ਸਮਾਨ ਸੀਗਾ, ਉਹ ਗੋਰੇ ਅੰਗਰੇਜ਼ ਜਿਹੜੇ ਆ ਉਹ ਉੱਥੇ ਬਾਹਰ ਜਿਹੜਾ ਆ ਉਹ ਆਪਣੇ ਦੇਸ਼ ਲੈ ਗਏ। ਸੋ ਉਹ ਇੱਕ ਬੇਸ਼ਕੀਮਤੀ ਹੀਰਾ ਜਿਸ ਨੂੰ ਬਾਅਦ ਦੇ ਵਿੱਚ ਟੁਕੜਿਆਂ ਦੇ ਵਿੱਚ ਜਿਹੜਾ ਆ ਉਹ ਕੱਟ ਦਿੱਤਾ ਗਿਆ, ਉਹ ਵੀ ਇੱਕ ਕਹਿੰਦੇ ਆ ਕਿ ਪੂਰੀ ਦੁਨੀਆ ਦੇ ਵਿੱਚ ਉਸ ਨਾਲ ਦਾ ਹੀਰਾ ਜਿਹੜਾ ਉਹ ਕਿਤੇ ਨਹੀਂ ਹੈ। ਉਹ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਆਪਣੇ ਰਾਜ ਨੂੰ ਵੱਡੇ ਪੱਧਰ ਤੇ ਫੈਲਾਇਆ ਜੀ, ਔਰ ਉਸ ਵਕਤ ਸ਼ਾਹ ਸੁਜਾ ਜਿਹੜਾ ਸੀ ਉਹ ਕਸ਼ਮੀਰ ਦੇ ਵਿੱਚ ਕੈਦ ਸੀ ਜੀ। ਉਹਦੀ ਬੇਗਮ ਨੇ ਆਣ ਕੇ ਕਿਹਾ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਮੇਰੇ ਪਤੀ ਨੂੰ ਜਿਹੜਾ ਤੁਸੀਂ ਛਡਵਾ ਦਿਓ ਤੇ ਮੈਂ ਕੋਹੇ ਨੂਰ ਹੀਰਾ ਜਿਹੜਾ ਆਪ ਜੀ ਨੂੰ ਭੇਟਾ ਕਰਾਂਗੀ ਜੀ। ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੇ ਹਮਲਾ ਕੀਤਾ ਜੀ, ਉਹਦੇ ਪਤੀ ਨੂੰ ਛਡਾਇਆ ਜੀ। ਔਰ ਛਡਾਉਣ ਤੋਂ ਬਾਅਦ ਭਾਵੇਂ ਕਿ ਸ਼ਾਹ ਸੁਜਾਤ ਦੀ ਪਤਨੀ ਮੁੜ ਕੇ ਮੁੱਕਰਦੀ ਸੀ ਵੀ ਹੁਣ ਕੋਹੇ ਨੂਰ ਕਾਹਨੂੰ ਦੇਣਾ ਹੈ ਜੀ, ਪਰ ਬਾਅਦ ਵਿੱਚ ਜਿਹੜੇ ਅਜ਼ੀਜ਼ੁਦੀਨ ਫਕੀਰ ਵਰਗੇ ਸਨ ਉਹਨਾਂ ਨੇ ਪ੍ਰੇਰਿਆ ਵੀ ਨਹੀਂ, ਜੋ ਤੂੰ ਵਾਅਦਾ ਕੀਤਾ ਉਹ ਤੈਨੂੰ ਨਿਭਾਉਣਾ ਚਾਹੀਦਾ ਜੀ। ਔਰ ਉਹ ਕੋਹੇ ਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਆਇਆ, ਉਹ ਤੋਸ਼ੇਖਾਨੇ 'ਚ ਆਇਆ ਔਰ ਸ਼ੋਭਾ ਪਾਉਂਦਾ ਸੀ। ਇਹ ਸਾਰੀਆਂ ਨਿਸ਼ਾਨੀਆਂ ਸਿੱਖ ਰਾਜ ਦੀਆਂ ਨੇ ਜਿਹੜੀਆਂ ਅੱਜ ਵੀ ਸ਼ੋਭਾ ਪਾਉਂਦੀਆਂ ਔਰ ਨਹੀਂ ਰਹੀਆਂ ਸਿੱਖਾਂ ਦੇ ਕੋਲ। ਉਹ ਜਿਹੜਾ ਸਿਰੇ ਦਾ ਜ਼ਿਕਰ ਕੀਤਾ ਇਹ ਕੋਹੇ ਨੂਰ ਅੱਜ ਵੀ ਉਹ ਬਰਤਾਨੀਆ ਹਕੂਮਤ ਦੇ ਕੋਲ ਬੇਸ਼ੁਮਾਰ ਸਿੱਖ ਰਾਜ ਦੀਆਂ ਚੀਜ਼ਾਂ ਜਿਹੜੀਆਂ ਤਖਤ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ, ਉਹ ਵੀ ਬਰਤਾਨੀਆ ਹਕੂਮਤ ਦੇ ਕੋਲ ਹੈਗਾ ਆ। ਸੋ ਸਾਡੇ ਕੋਲ ਸਮਾਂ ਇਜਾਜ਼ਤ ਨਹੀਂ ਦਿੰਦਾ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਦੇ ਵਿੱਚ ਬਹੁਤ ਵਿਸਥਾਰਤ ਗੱਲਬਾਤ ਜਿਹੜੀ ਆ ਉਹ ਹੋ ਸਕਦੀ ਆ, ਅਤੇ ਕਈ ਘੰਟਿਆਂ ਤੱਕ ਅਸੀਂ ਉਹਨਾਂ ਦੇ ਰਾਜ ਪ੍ਰਬੰਧ, ਜਿੱਥੇ ਇੱਕ ਕਹਿੰਦੇ ਆ ਕਿ ਬਾਹਰਲੇ ਮੁਲਕਾਂ ਤੋਂ, ਯੂਰਪ ਤੋਂ ਆ ਕੇ ਗੋਰੇ ਵੀ ਜਿਹੜੇ ਆ ਉਹ ਵੀ ਇੱਥੇ ਜਿਹੜੇ ਆ ਉਹ ਕੰਮ ਕਰਦੇ ਸੀਗੇ, ਇੱਥੇ ਫੌਜ ਦੇ ਵਿੱਚ ਵੀ ਭਰਤੀ ਹੁੰਦੇ ਸੀਗੇ। ਚਾਹੇ ਸਾਡੀ ਅੱਜ ਬਦਕਿਸਮਤੀ ਆ ਕਿ ਪੰਜਾਬ ਦਾ ਨੌਜਵਾਨ ਜਿਹੜਾ ਆ ਉਹ ਵਿਦੇਸ਼ਾਂ ਵੱਲ ਨੂੰ ਕੂਚ ਕਰ ਰਿਹਾ ਆ, ਪਰ ਕਦੀ ਸਮਾਂ ਸੀਗਾ ਜਦੋਂ ਸਿੱਖਾਂ ਦਾ ਰਾਜ ਸੀਗਾ, ਉਦੋਂ ਬਾਹਰਲੇ ਮੁਲਕਾਂ ਤੋਂ ਇੱਥੇ ਆ ਕੇ ਜਿਹੜੀ ਆ ਉਹ ਆਪਣੀ ਨੌਕਰੀ ਵਾਸਤੇ, ਆਪਣੇ ਰੁਜ਼ਗਾਰ ਵਾਸਤੇ ਲੋਕ ਪਹੁੰਚਦੇ ਸੀਗੇ, ਅਤੇ ਅੱਜ ਅਸੀਂ ਵਿਦੇਸ਼ਾਂ ਵੱਲ ਨੂੰ ਪਹੁੰਚਦੇ ਹਾਂ। ਕਦੀ ਡੂੰਘਾਈ ਦੇ ਨਾਲ ਇਸ ਚੀਜ਼ ਦੇ ਉੱਤੇ ਵੀ ਸੋਚਣ ਦਾ ਯਤਨ ਜਿਹੜਾ ਹੈ ਉਹ ਜ਼ਰੂਰ ਕਰਿਓ। ਸੋ ਅਸੀਂ ਪ੍ਰੋਗਰਾਮ ਦੀ ਸਮਾਪਤੀ ਵਾਲੇ ਪਾਸੇ ਆਈਏ। ਸਿੱਖ ਰਾਜ ਜੋ ਇੱਕ ਚਮਕਦਾ ਸੂਰਜ ਸੀਗਾ, ਉਹ ਸੂਰਜ ਕਿਵੇਂ ਅਸਤ ਹੋਇਆ ਜਾਂ ਕਿਵੇਂ ਅਸਤ ਹੋਣਾ ਸ਼ੁਰੂ ਹੋਇਆ? ਇਸ ਤੋਂ ਪਹਿਲਾਂ ਤੁਸੀਂ ਜਿਹੜਾ ਜ਼ਿਕਰ ਕਰ ਰਹੇ ਸੀ ਹੈ ਨਾ, 2 ਅੰਗਰੇਜ਼ ਜਰਨੈਲ ਜੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਆਣ ਕੇ ਨੌਕਰੀ ਕਰਦੇ ਜੀ। ਔਰ ਰਣਜੀਤ ਸਿੰਘ ਜੀ ਦੀਆਂ 2 ਸ਼ਰਤਾਂ ਸੀ ਜੀ। ਇੱਕ ਤੇ ਉਹਨਾਂ ਦੀ ਫੌਜ ਵਿੱਚ ਨੌਕਰੀ ਕਰਨ ਵਾਸਤੇ ਕਿਸੇ ਵੀ ਮਜ਼ਹਬ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਲੇਕਿਨ ਉਹ ਕੇਸਾਧਾਰੀ ਹੋਣਾ ਚਾਹੀਦਾ ਜੀ। ਔਰ ਉਹਨਾਂ ਅੰਗਰੇਜ਼ ਜਿਹੜੇ ਜਰਨੈਲ ਸੀ ਉਹਨਾਂ ਨੂੰ ਵੀ ਕੇਸਾਧਾਰੀ ਹੋਣਾ ਪਿਆ। ਔਰ ਦੂਸਰਾ, ਉਹ ਤੰਬਾਕੂ ਨਹੀਂ ਵਰਤਦਾ ਹੋਣਾ ਚਾਹੀਦਾ ਜੀ। ਔਰ ਉਹਨਾਂ ਨੇ ਉਹ ਤੰਬਾਕੂ ਵੀ ਜਿਹੜਾ ਛੱਡਣਾ ਪ੍ਰਵਾਨ ਕੀਤਾ ਜੀ। ਔਰ ਮਹਾਰਾਜਾ ਰਣਜੀਤ ਸਿੰਘ ਨੇ ਇੰਨਾ ਵੱਡਾ ਰਾਜ ਭਾਗ ਸਿਰਜਿਆ, ਕਾਬਲ ਕੰਧਾਰ ਤੋਂ ਲੈ ਕੇ ਲੇਹ ਲਦਾਖ ਤੱਕ ਜੀ, ਔਰ ਉਧਰੋਂ ਸਤਲੁਜ ਦਰਿਆ ਤੱਕ 1,45,000 ਮੁਰੱਬਾ ਮੀਲ ਰਾਜ ਭਾਗ ਦੇ ਮਾਲਕ ਸੀ। ਮਹਾਰਾਜਾ ਰਣਜੀਤ ਸਿੰਘ ਵਡੇਰੀ ਉਮਰ ਸਹਿਜੇ ਕਰਕੇ ਉਹ ਬਿਮਾਰ ਹੁੰਦੇ ਗਏ, ਉਹਨਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਅਸੀਂ ਕੋਹੇ ਨੂਰ ਦੀ ਗੱਲ ਕੀਤੀ ਆ, ਤਾਂ ਇੱਕ ਕੋਹੇ ਨੂਰ ਹੋਰ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਸੀਗਾ, ਜਰਨੈਲ ਹਰੀ ਸਿੰਘ ਨਲੂਆ, ਜਿਨ੍ਹਾਂ ਨੇ ਬੜਾ ਰਾਜ ਵਿਸਥਾਰ ਦੇ ਵਿੱਚ ਵੱਡਾ ਯੋਗਦਾਨ ਵੀ ਨਿਭਾਇਆ ਵਾ। ਉਹਨਾਂ ਦਾ ਜ਼ਿਕਰ ਕੀਤੇ ਬਿਨਾਂ ਮੈਂ ਸਮਝਦਾ ਕਿ ਪ੍ਰੋਗਰਾਮ ਜਿਹੜਾ ਅਧੂਰਾ ਆ, ਕਿਉਂਕਿ ਉਹਨਾਂ ਦਾ ਉਹ ਇੱਕ ਸੱਜੀ ਬਾਂਹ ਦੇ ਤੌਰ 'ਤੇ ਮਹਾਰਾਜਾ ਰਣਜੀਤ ਸਿੰਘ ਦਾ ਬੜਾ ਵਿਸ਼ਵਾਸ ਸੀਗਾ ਉਹਨਾਂ ਦੇ ਉੱਤੇ। ਮਹਾਰਾਜਾ ਰਣਜੀਤ ਸਿੰਘ ਬਸੰਤ ਪੈਚਮੀ ਦਾ ਜਿਹੜਾ ਉਹ ਦੀਵਾਨ ਲਾ ਕੇ ਬੈਠੇ ਸੀ, ਉਹ ਮੇਲਾ ਹੁੰਦਾ ਸੀ ਹਰ ਸਾਲ। ਉਹਦੇ ਵਿੱਚ ਭਲਵਾਨ ਘੁਲਦੇ ਸੀ, ਤੇ ਉਹ ਘੁਲਣ ਵਾਲਿਆਂ ਦੇ ਵਿੱਚ ਇੱਕ 18 ਕੁ ਸਾਲ ਦਾ ਨੌਜਵਾਨ ਆਇਆ ਜੀ। ਉਹਨੇ 1 ਨੂੰ ਹਰਾਇਆ, 2 ਨੂੰ ਹਰਾਇਆ, 3 ਨੂੰ ਹਰਾਇਆ। ਮੈਂ ਸੰਖੇਪ 'ਚ ਕਹਿੰਦਾ ਉਹਨੇ 5 ਬੰਦੇ ਹਰਾਤੇ ਜੀ।
ਮਹਾਰਾਜਾ ਰਣਜੀਤ ਸਿੰਘ ਪੁੱਛਦੇ ਤੂੰ ਕਿਹਦਾ ਪੁੱਤਰ ਹੈ? ਕਹਿੰਦਾ ਜੀ ਗੁਰਦਿਆਲ ਸਿੰਘ ਉੱਪਲ ਦਾ। ਉਹ ਸ਼ੇਰੇ ਪੰਜਾਬ ਦਾ ਮਿੱਤਰ ਸੀ। ਉਹ ਕਹਿੰਦਾ ਤੂੰ ਮੇਰੇ ਮਿੱਤਰ ਦਾ ਪੁੱਤਰ ਹੈ। ਉਹਨਾਂ ਨੂੰ ਆਪਣੀ ਨੌਕਰੀ ਦੇ ਵਿੱਚ ਰੱਖ ਲਿਆ। ਉਹਦਾ ਨਾਮ ਹਰੀ ਸਿੰਘ ਸੀ ਜੀ। ਸ਼ਿਕਾਰ ਖੇਡਣ ਵਾਸਤੇ ਜਾ ਰਹੇ ਸੀ, ਸ਼ੇਰ ਆ ਗਿਆ ਜੀ। ਸ਼ੇਰ ਜਦੋਂ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਅੱਗੇ ਵਧਣ ਲੱਗੇ। ਹਰੀ ਸਿੰਘ ਕਹਿੰਦਾ ਨਹੀਂ, ਸਿਪਾਹੀ ਦੇ ਹੁੰਦਿਆਂ ਰਾਜਾ ਅੱਗੇ ਕਿਉਂ ਵਧੇ, ਪਹਿਲਾਂ ਮੈਂ ਜਾਵਾਂਗਾ ਜੀ। ਹਰੀ ਸਿੰਘ ਨੇ ਉਸ ਸ਼ੇਰ ਦਾ ਜਿਹੜਾ ਉਹ ਸ਼ਿਕਾਰ ਕਰ ਦਿੱਤਾ ਜੀ। ਕਹਿੰਦੇ ਵੀ ਨਲ ਰਾਜੇ ਨੇ ਸ਼ਿਕਾਰ ਕੀਤਾ ਸੀ, ਉੱਥੋਂ ਨਲੂਆ ਜਿਹੜਾ ਉਹਨਾਂ ਨੂੰ ਖਿਤਾਬ ਦਿੱਤਾ ਗਿਆ ਜੀ। ਮੁਲਤਾਨ ਦੇ ਵਿੱਚ ਸਖਤ ਜ਼ਖਮੀ ਹੋ ਗਏ ਤੇ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਅੱਖ ਦੇ ਵਿੱਚੋਂ ਅਥਰੂ ਡਿੱਗਿਆ ਜਦੋਂ ਸਰਦਾਰ ਹਰੀ ਸਿੰਘ ਨਲੂਆ ਜ਼ਖਮੀ ਹੋਏ ਜੀ। ਔਰ ਉਸ ਤੋਂ ਬਾਅਦ ਜਾ ਕੇ ਡੋਗਰਿਆਂ ਦੀ ਮਾੜੀ ਨੀਤੀ ਦੇ ਕਰਕੇ ਜਿਹੜਾ ਸੀ ਉਹ 1837 ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਜਿਹੜੇ ਉਹ ਸ਼ਹੀਦ ਹੋ ਜਾਂਦੇ ਆ। ਇੱਦਾਂ ਹੀ 1823 ਦੇ ਵਿੱਚ ਅਕਾਲੀ ਫੂਲਾ ਸਿੰਘ ਜਿਹੜੇ ਉਹ ਸ਼ਹੀਦ ਹੋ ਜਾਂਦੇ ਆ। ਇੱਕ ਇੱਕ ਕਰਕੇ ਉਹ ਸਿੱਖ ਰਾਜ ਦੇ ਜਿਹੜੇ ਥੰਮ ਸੀ ਉਹ ਡਿੱਗਦੇ ਜਾਂਦੇ ਆ ਔਰ ਉਹਨਾਂ ਦੇ ਵਿੱਚ ਇੱਕ ਸਰਦਾਰ ਹਰੀ ਸਿੰਘ ਨਲੂਆ ਵੀ ਸੀ ਜੀ। ਜੀ ਜੀ ਬਿਲਕੁਲ, ਹਰੀ ਸਿੰਘ ਨਲੂਆ ਦੀ ਜ਼ਿਕਰ ਕਰ ਰਹੇ ਹਾਂ ਤਾਂ ਹਰੀ ਸਿੰਘ ਨਲੂਆ ਦੁਨੀਆ ਦਾ ਵਾਹਿਦ ਇੱਕ ਅਜਿਹਾ ਜਰਨੈਲ ਹੈ, ਉਸ ਨਾਲ ਦਾ ਜਰਨੈਲ ਦੁਨੀਆ ਦੇ ਵਿੱਚ ਅਜੇ ਤੱਕ ਕੋਈ ਪੈਦਾ ਨਹੀਂ ਹੋਇਆ। ਇਹ ਇੱਕ ਰਿਕਾਰਡ ਵੀ ਜਿਹੜਾ ਆ ਉਹ ਅੱਜ ਤੱਕ ਵੀ ਅਮਰੀਕਾ ਅਫਗਾਨਿਸਤਾਨ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਉਹਨਾਂ ਨੂੰ ਵਾਪਸ ਪਰਤਣਾ ਪਿਆ। ਉਹ ਉੱਥੇ ਰਾਜ ਚਲਾ ਨਹੀਂ ਸਕੇ, ਲੇਕਿਨ ਉਹ ਸਰਦਾਰ ਹਰੀ ਸਿੰਘ ਨਲੂਆ ਸੀ ਜਿਹਨੇ ਅਫਗਾਨਾਂ ਨੂੰ ਨੱਥ ਪਾ ਕੇ ਰੱਖੀ। ਔਰ ਅੱਜ ਵੀ ਉਹਨਾਂ ਦੀਆਂ ਬੇਗਮਾਂ ਜਦੋਂ ਆਪਣੇ ਬੱਚਿਆਂ ਨੂੰ ਡਰਾਉਂਦੀਆਂ ਤੇ ਉਹ ਹਰੀ ਸਿੰਘ ਨਲੂਏ ਦਾ ਨਾਂ ਲੈ ਕੇ ਡਰਾਉਂਦੀਆਂ ਵੀ ਸੌਂ ਜਾ ਨਹੀਂ ਤਾਂ ਹਰੀ ਸਿੰਘ ਨਲੂਆ। ਜੀ ਜੀ ਬਿਲਕੁਲ ਬਿਲਕੁਲ। ਅਸੀਂ ਗੱਲ ਕਰ ਰਹੇ ਸੀਗੇ ਸਿੱਖ ਰਾਜ ਦਾ ਜਿਹੜਾ ਸੂਰਜ ਅਸਤ ਹੋਣ ਦੀ, ਤਾਂ ਫਿਰ ਅਸੀਂ ਸਮਾਪਤੀ ਵੱਲ ਵੀ ਵਧੀਏ ਕਿ ਕਿਵੇਂ ਸਾਰਾ ਕੁਝ ਜਿਹੜਾ ਆ ਉਹ ਹੋਇਆ ਤੇ ਸਿੱਖਾਂ ਦਾ ਰਾਜ ਜਿਹੜਾ ਆ ਉਹ ਗਿਆ ਤੇ ਅੱਜ ਤੱਕ ਉਸੇ ਹੀ ਉਡੀਕ ਦੇ ਵਿੱਚ ਉਸੇ ਹੀ ਯਤਨ ਦੇ ਵਿੱਚ ਸਿੱਖ ਅਜੇ ਵੀ ਹੈਗੇ ਆ ਕਿ ਸਾਡਾ ਰਾਜ ਦੁਬਾਰਾ ਜਿਹੜਾ ਆ ਉਹ ਮਿਲੇ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਿਹੜਾ ਮਈ 1839 ਦੇ ਵਿੱਚ ਅਧਰੰਗ ਦਾ ਦੌਰਾ ਪੈ ਜਾਂਦਾ ਜੀ। ਉਸ ਤੋਂ ਬਾਅਦ ਮਹਾਰਾਜਾ ਸਾਹਿਬ ਸਖਤ ਬਿਮਾਰ ਹੋ ਜਾਂਦੇ ਆ ਜੀ। ਬਿਮਾਰੀ ਦਿਨੋਂ ਦਿਨ ਵੱਧਦੀ ਗਈ, ਘਟੀ ਨਹੀਂ। ਕਈ ਵੈਦਾਂ ਨੇ, ਕਈ ਹਕੀਮਾਂ ਨੇ ਇਲਾਜ ਕੀਤਾ, ਇੱਥੋਂ ਤੱਕ ਕਿ ਅੰਗਰੇਜ਼ਾਂ ਨੇ ਵੀ ਆਪਣਾ ਇੱਕ ਡਾਕਟਰ ਭੇਜਿਆ ਜਿਹੜਾ ਇਲਾਜ ਕਰਨ ਵਾਸਤੇ ਆਇਆ, ਲੇਕਿਨ ਉਹਦਾ ਕੋਈ ਬਹੁਤਾ ਵਿਸ਼ਵਾਸ ਨਹੀਂ, ਕਿਉਂਕਿ ਅੰਗਰੇਜ਼ ਤੇ ਇਸ ਤਾੜ ਵਿੱਚ ਸੀ ਕਿ ਮਹਾਰਾਜਾ ਸਾਹਿਬ ਸਾਈਡ ਤੇ ਹੋਣ ਤਾਂ ਅਸੀਂ ਰਾਜ ਦੇ ਉੱਪਰ ਕਬਜ਼ਾ ਕਰੀਏ। ਔਰ ਫਿਰ ਮਹਾਰਾਜਾ ਸਾਹਿਬ ਨੇ ਇੱਕ ਦਿਨ ਵੱਡਾ ਦਰਬਾਰ ਕੀਤਾ, ਆਪਣੇ ਸਾਰੇ ਵਜ਼ੀਰਾਂ ਨੂੰ, ਦਰਬਾਰੀਆਂ ਨੂੰ, ਜਰਨੈਲਾਂ ਨੂੰ ਜਿਹੜਾ ਸੱਦਿਆ। ਜਿਸ ਮਹਾਰਾਜਾ ਸਾਹਿਬ ਦਾ ਨਾਂ ਸੁਣ ਕੇ ਕਦੇ ਕਾਬਲ ਦੀਆਂ ਕੰਧਾਂ ਜਿਹੜੀਆਂ ਉਹ ਡਰਦੀਆਂ ਸੀ, ਲੋਕ ਦੁਸ਼ਮਣਾਂ ਦੇ ਸਾਹ ਸੁੱਕ ਜਾਂਦੇ ਸੀ, ਅੱਜ ਮਹਾਰਾਜਾ ਸਾਹਿਬ ਦਰਬਾਰ ਦੇ ਵਿੱਚ ਆਉਂਦੇ ਆ, ਪਾਲਕੀ ਦੇ ਵਿੱਚ ਨਡਾਲ ਹੋਇਆ ਸਰੀਰ ਪਿਆ ਹੈ, ਹੱਥਾਂ ਦੇ ਨਾਲ ਸਹਾਰਾ ਦੇ ਕੇ ਜਿਹੜਾ ਉਹਨੂੰ ਸਿਪਾਹੀਆਂ ਨੇ ਲੈ ਕੇ ਆਂਦਾ ਜੀ। ਮਹਾਰਾਜਾ ਸਾਹਿਬ ਨੇ ਆਣ ਕੇ ਫਤਿਹ ਬੁਲਾਈ ਸਾਰੇ ਦਰਬਾਰੀਆਂ ਨੂੰ ਤੇ ਨਾਲੇ ਫਿਰ ਕਿਹਾ ਵੀ ਇਹ ਖੂਨ ਦੇ ਨਾਲ ਅਸੀਂ ਇਹ ਰਾਜ ਭਾਗ ਜਿਹੜਾ ਉਹ ਸਿੰਜਿਆ ਪੈਦਾ ਕੀਤਾ ਹੈ ਜੀ। ਦੇਖਿਓ ਕਿਤੇ ਆਪਸੀ ਫੁੱਟ ਦੇ ਵਿੱਚ ਪੈ ਕੇ ਰਾਜ ਭਾਗ ਗਵਾ ਨਾ ਦਿਓ। ਬੜੀਆਂ ਸਦੀਆਂ ਪਿਛੋਂ ਪੰਜਾਬ ਨੂੰ ਆਜ਼ਾਦੀ ਦਾ ਨਿੱਘ ਜਿਹੜਾ ਉਹ ਪ੍ਰਾਪਤ ਹੋਇਆ ਹੈ, ਕਿਤੇ ਫੇਰ ਦੁਬਾਰਾ ਗੁਲਾਮੀ ਦੀਆਂ ਜੰਜੀਰਾਂ ਨਾ ਪੈ ਜਾਣ। ਤੁਸੀਂ ਆਪਸ ਦੇ ਵਿੱਚ ਏਕਤਾ ਬਣਾ ਕੇ ਰੱਖਿਓ। ਔਰ ਮੇਰੇ ਤੋਂ ਬਾਅਦ ਜਿਹੜਾ ਵਾ ਉਹ ਕੰਵਰ ਖੜਕ ਸਿੰਘ ਜਿਹੜੇ ਆ ਉਹ ਪੰਜਾਬ ਦੇ ਉੱਤਰਾਧਿਕਾਰੀ ਬਾਦਸ਼ਾਹ ਹੋਣਗੇ ਜੀ। ਇੰਨੀ ਗੱਲ ਕਹਿਣ ਦੀ ਦੇਰ ਸੀ, ਮਹਾਰਾਜਾ ਸਾਹਿਬ ਨੇ ਫਤਿਹ ਬੁਲਾਈ ਜੀ। ਉਹਨਾਂ ਨੂੰ ਦੂਸਰਾ ਦੌਰਾ ਜਿਹੜਾ ਉਹ ਫੇਰ ਪੈ ਜਾਂਦਾ। ਉਹ ਪੰਜਾਬ ਵਾਸਤੇ ਨਿਭਾਗਾ ਦਿਨ ਸੀ ਜਦੋਂ 27 ਜੂਨ 1839 ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜੇ ਉਹ ਚੜ੍ਹਾਈ ਕਰ ਜਾਂਦੇ ਆ। ਪੰਜਾਬ ਦੀ ਕੋਈ ਐਸੀ ਅੱਖ ਨਹੀਂ ਸੀ ਜਿਹੜੀ ਨਾ ਰੋਂਦੀ ਪਈ ਹੋਵੇ, ਕਿਸੇ ਧਰਮ ਦਾ ਕੋਈ ਐਸਾ ਵਿਅਕਤੀ ਨਹੀਂ ਸੀ ਜਿਹੜਾ ਅੱਖਾਂ ਦੇ ਵਿੱਚੋਂ ਅਥਰੂ ਨਾ ਕੇਰਦਾ ਪਿਆ ਹੋਵੇ ਜੀ। ਔਰ ਸਾਰੇ ਜਿਹੜੇ ਸੀ ਉਹ ਮਹਾਰਾਜਾ ਸਾਹਿਬ ਨੂੰ ਯਾਦ ਕਰ ਰਹੇ ਸੀ ਜੀ। ਫਿਰ ਅਗਲੇ ਦਿਨ ਸ਼ੇਰੇ ਪੰਜਾਬ ਦੀ ਚੰਦਨ ਦੀ ਚਿਖਾ ਚਿਣ ਕੇ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਜੀ। ਬਿਲਕੁਲ, ਮਹਾਰਾਜਾ ਰਣਜੀਤ ਸਿੰਘ ਦਾ ਚਲਾਣਾ ਤੇ ਉਸ ਤੋਂ ਬਾਅਦ ਦੇ ਵਿੱਚ ਸਿੱਖਾਂ ਦੇ ਇਸ ਰਾਜ ਦੇ ਵਿੱਚ ਆਪੋ ਧਾਪੀ ਦਾ ਪੈ ਜਾਣਾ ਅਤੇ ਬਹੁਤ ਸਾਰੇ ਅਜਿਹੇ ਗਦਾਰ ਜਿਹੜੇ ਰਲ ਕੇ ਜਿਨ੍ਹਾਂ ਨੇ ਸਿੱਖ ਰਾਜ ਨੂੰ ਖਤਮ ਕਰਨ ਦੇ ਵਿੱਚ ਬੜੀ ਵੱਡੀ ਭੂਮਿਕਾ ਜਿਹੜੀ ਆ ਉਹ ਨਿਭਾਈ। ਇੱਕ ਸਦੀਆਂ ਬਾਅਦ ਮਿਲੇ ਰਾਜ, ਜਿੰਨਾ ਵੀ ਸਮਾਂ ਉਹ ਰਾਜ ਸੀਗਾ ਉਸ ਦੇ ਵਿੱਚ ਜਿਹੜੇ ਲੋਕ ਸੀਗੇ ਬੜੇ ਖੁਸ਼ ਤੇ ਹਰੇਕ ਧਰਮ ਦਾ ਵਿਅਕਤੀ ਜਿਹੜਾ ਆ ਉਸ ਦੇ ਵਿੱਚ ਆਪਣੇ ਆਪ ਨੂੰ ਸੇਫ ਮਹਿਸੂਸ ਕਰਦਾ ਸੀਗਾ। ਸੋ ਅੱਜ ਦੀ ਵੀ ਅਸੀਂ ਗੱਲ ਕਰੀਏ, ਜਿਵੇਂ ਦਾ ਸਮਾਂ ਅੱਜ ਚੱਲ ਰਿਹਾ ਆ, ਅਸੀਂ ਦੇਖ ਰਹੇ ਹਾਂ ਕਿ ਥਾਂ ਥਾਂ 'ਤੇ ਕੀ ਕੁਛ ਹੋ ਰਿਹਾ ਆ, ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਨਾ ਤਾਂ ਦੁਨੀਆ ਦੇ ਵਿੱਚ
ਅੱਜ ਤੱਕ ਹੋਇਆ ਹੈ ਤੇ ਨਾ ਹੀ ਸ਼ਾਇਦ ਅਗਾਂਹ ਹੋਏਗਾ। ਸੋ ਅੱਜ ਬਰਸੀ ਦੇ ਉੱਤੇ ਵਿਸ਼ੇਸ਼ ਪ੍ਰੋਗਰਾਮ ਰਾਹੀਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੂੰ ਯਾਦ ਕਰਦਿਆਂ ਹੋਇਆਂ ਅਸੀਂ ਸੰਗਤਾਂ ਤੱਕ ਉਸ ਇਤਿਹਾਸ ਦੇ ਕੁਝ ਪਲ ਜਿਹੜੇ ਆ, ਕੁਝ ਗੱਲਾਂ ਜਿਹੜੀਆਂ ਆ ਉਹ ਸਾਂਝੀਆਂ ਕੀਤੀਆਂ। ਸੋ ਭਾਈ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸੰਗਤਾਂ ਤੱਕ ਜਾਣਕਾਰੀ ਜਿਹੜੀ ਆ ਉਹ ਇੰਨੇ ਕੁ ਸਮੇਂ 'ਚ ਜਿੰਨੀ ਵੀ ਵੱਧ ਤੋਂ ਵੱਧ ਜਾਣਕਾਰੀ ਪਹੁੰਚਾ ਸਕਦੇ ਸੀ ਉਹ ਪਹੁੰਚਾਈ। ਸੋ ਸਮੂਹ ਸੰਗਤ ਦਾ ਵੀ ਧੰਨਵਾਦ। ਇਸੇ ਤਰ੍ਹਾਂ ਹੀ ਅਗਾਂਹ ਵੀ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਲੁਕਾਉਂਦੇ ਰਹਾਂਗੇ, ਪਰ ਅੱਜ ਦੇ ਲਈ ਇੰਨਾ ਹੀ, ਇੱਥੇ ਹੀ ਆਗਿਆ ਚਾਹਾਂਗੇ। ਭਾਈ ਸਾਹਿਬ ਦਾ ਧੰਨਵਾਦ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।